ਨਾ ਵੀ ਕਿ ਆਪਣਾ ਗੁਰਪਤਵੰਤ ਪੰਨੂ ਆ ਜਿਹੜਾ ਯਾਰ ਅਸਲ ਲੜਾਕੇ ਉਹ ਜਿਹੜੇ ਕਲੇਮ ਕਰ ਰਹੇ ਨੇ, ਜਿਹੜੇ ਦਾਅਵੇ ਕਰ ਰਹੇ ਨੇ ਵੀ ਆਹ ਖਾਲਸੇ ਨਿਸ਼ਾਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਨਿਸ਼ਾਨ ਸਾਹਿਬ ਕੀ ਹੁੰਦਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਸਾਨ 6 ਆਗੂ ਜਿਹੜੇ ਨੇ ਉਹਨਾਂ ਦੇ ਉੱਤੇ ਦਿੱਲੀ ਪੁਲਿਸ ਕਾਰਵਾਈ ਆਰੰਭ ਰਹੀ ਹੈ। ਉਹ ਇੱਕ ਨੇ ਇਹ ਲਿਖਿਆ ਵੀ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਤੇ ਕਿਸੇ ਦੇ ਕੇਸ ਦਰਜ ਨਹੀਂ ਹੋਣਾ। ਤੁਸੀਂ ਦੇਖਿਆ ਨਾ ਦੀਪ ਸਿੱਧੂ ਕਿਵੇਂ ਭੱਜਦਾ ਉੱਥੋਂ, ਟਰੈਕਟਰ ਤੋਂ ਕਿਵੇਂ ਭੱਜਦਾ। ਇਤਿਹਾਸ ਨਾ ਵਾਰ-ਵਾਰ ਸਿਰਜੇ ਜਾ ਸਕਦੇ ਆ, ਨਾ ਇਤਿਹਾਸ ਵਾਰ-ਵਾਰ ਦੁਹਰਾਏ ਜਾ ਸਕਦੇ ਆ। ਸਬੱਬੀ ਕਿਤੇ ਮੌਕਾ ਮੇਲ ਬਣਦਾ ਆ ਤੇ ਇਤਿਹਾਸ ਸਿਰਜੇ ਜਾਂਦੇ ਆ ਔਰ ਇਤਿਹਾਸ ਦੁਬਾਰਾ ਘੜੇ ਵੀ ਜਾਂਦੇ ਆ। ਇਹ ਕਹਿ ਸਕਦੇ ਆ ਕਿ ਸਬੱਬੀ ਮੇਲ ਬਣਿਆ ਤੇ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਅੰਦੋਲਨ ਇਤਿਹਾਸ ਇਸ ਸਮੇਂ ਬਣਦਾ ਸਪਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੈ। ਪਰ ਇਸ ਇਤਿਹਾਸ ਬਣ ਰਹੇ ਅੰਦੋਲਨ ਦੇ ਦਰਮਿਆਨ ਜਦੋਂ ਇੱਕ ਬਹੁਤ ਵੱਡਾ ਈਵੈਂਟ ਸੀ 26 ਜਨਵਰੀ ਗਣਤੰਤਰ ਦਿਵਸ ਤੇ ਕਿਸਾਨ ਪਰੇਡ ਕੱਢੀ ਜਾਣੀ ਸੀ, ਤਾਂ ਪਰੇਡ ਦੇ ਪੈਰਲਲ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਨੇ ਕਈ ਚਿਹਰੇ ਇਹੋ ਜਿਹਾ ਸਾਹਮਣੇ ਲੈ ਕੇ ਆਂਦੇ ਜਿਨ੍ਹਾਂ ਨੂੰ ਲੈ ਕੇ ਹੁਣ ਕਈ ਵਿਵਾਦ ਉੱਠਣ ਲੱਗ ਪਏ ਨੇ। ਕਈ ਨਾਮ ਇਹੋ ਜਿਹਾ ਲੈ ਕੇ ਆਂਦੇ, ਕਈ ਘਟਨਾਵਾਂ ਨੂੰ ਭਵਿੱਖਮੁਖੀ ਕਰ ਦਿੱਤਾ ਹੈ ਇਹੋ ਜਿਹੀਆਂ ਨੂੰ ਜਿਨ੍ਹਾਂ ਦੇ ਉੱਤੇ ਚਿੰਤਾ ਜਤਾਈ ਜਾ ਰਹੀ ਹੈ। ਹੁਣ ਉਹ ਚਿਹਰਿਆਂ ਦੀ ਕਹਾਣੀ ਕੀ ਹੈ, ਕਿਉਂ ਇਹ ਸਾਰਾ ਕੁਝ ਹੋਇਆ ਵਾਪਰਿਆ, ਇਹਦੇ ਅੱਗੇ ਭਵਿੱਖ ਦੇ ਉੱਤੇ ਅਸਰ ਕੀ ਪੈਣਗੇ, ਇਸ ਬਾਬਤ ਗੱਲਬਾਤ ਕਰਾਂਗੇ। ਔਰ ਗੱਲਬਾਤ ਕਰਨ ਲਈ ਇਹ ਸਿਆਸੀ ਹੋਣ ਮਸਲੇ, ਧਾਰਮਿਕ ਹੋਣ ਜਾਂ ਸਮਾਜਿਕ ਹੋਣ, ਉਹਨਾਂ ਤੇ ਪੈਣੀ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਹੋਰੀ ਸਾਡੇ ਨਾਲ ਮੌਜੂਦ ਨੇ। ਮਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ। ਮਾਲੀ ਸਾਹਿਬ, ਤੁਸੀਂ ਬਾਕਾਇਦਾ ਜੁੜੇ ਹੋਏ ਆ ਉਸ ਅੰਦੋਲਨ ਨੂੰ, ਦੇਖਦੇ ਪਏ ਹੋ, ਘੋਖਦੇ ਪਰਖਦੇ ਪਏ ਹੋ, ਹਰ ਨੁਕਤਾ ਬਰੀਕ ਤੋਂ ਬਰੀਕ ਨੁਕਤਾ ਜਿਹੜਾ ਆ ਉਹਦੇ ਉੱਤੇ ਨਜ਼ਰ ਰੱਖਦੇ ਹੋ ਕਿ ਆਹ ਵਾਪਰਿਆ ਤੇ ਕਿਉਂ ਵਾਪਰਿਆ, ਇਹਦੇ ਅੱਗੇ ਨਤੀਜੇ ਕੀ ਨਿਕਲਣਗੇ। ਪਰ ਜੋ ਕੁਝ 26 ਜਨਵਰੀ ਨੂੰ ਉੱਥੇ ਵਾਪਰਿਆ, ਹੁਣ ਉਸ ਹੋਏ ਵਾਪਰੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕੀ ਉਹ ਵਾਪਰਨਾ ਬਹੁਤ ਲਾਜ਼ਮੀ ਸੀ ਤਾਂ ਕਰਕੇ ਵਾਪਰਿਆ, ਜਾਂ ਫਿਰ ਉਸ ਨੂੰ ਰੋਕਿਆ ਜਾ ਸਕਦਾ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜੇ ਹੁੰਦੇ ਨਜ਼ਰ ਆ ਰਹੇ ਆ, ਜਾਂ ਜਿਹੜੀ ਬਦਨਾਮੀ ਮਿਲ ਰਹੀ ਹੈ, ਜਿਹੜਾ ਕਿਸਾਨ ਆਗੂਆਂ ਨੂੰ ਵਾਰ-ਵਾਰ ਸਫਾਈਆਂ ਦੇਣੀਆਂ ਪੈ ਰਹੀਆਂ ਨੇ, ਹੁਣ ਉਹਦੇ ਤੋਂ ਬਚਿਆ ਜਾ ਸਕਦਾ ਸੀ? ਦੇਖੋ ਜੀ, ਪਹਿਲੀ ਗੱਲ ਮੇਰੇ ਲਈ ਇਹ ਅਣਹੋਣੀ ਘਟਨਾ ਨਹੀਂ, ਨਾ ਮੈਨੂੰ ਐਂ ਲੱਗਦਾ ਵੀ ਅਚਾਨਕ ਵਾਪਰ ਗਈ। ਅੰਦੋਲਨ 'ਚ ਸ਼ੁਰੂ ਤੋਂ ਲੈ ਕੇ ਜੋ ਕੁਝ ਰਿੱਝ ਪੱਕ ਰਿਹਾ ਸੀ ਨਾ ਜੀ, ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਸੀ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੱਲ ਵੀ ਹੁੰਦੀਆਂ ਰਹੀਆਂ, ਏਕਤਾ ਮਜ਼ਬੂਤ ਹੁੰਦੀ ਰਹੀ, ਸਮਝ ਮਜ਼ਬੂਤ ਹੁੰਦੀ ਰਹੀ, ਤਕੜਾਈ ਵੀ ਫੜਦਾ ਰਿਹਾ। ਪਰ ਬਹੁਤ ਸਾਰੇ ਮਤਲਬ ਇਹਦੇ ਵਿੱਚ ਰੁਝਾਨ ਸੀ ਜਿਹੜੇ ਉਹ ਵੱਖਰੇ ਸੁਰ ਵੀ ਉਭਾਰਦੇ ਰਹੇ। ਸਭ ਤੋਂ ਜਿਹੜਾ ਖਤਰਨਾਕ ਸੁਰ ਸੀ ਇਹਦਾ, ਜਿਹਨੂੰ ਮੈਂ ਹਮੇਸ਼ਾ ਹੀ ਚੈਲੰਜ ਕਰਦਾ ਰਿਹਾ, 22 ਦਸੰਬਰ ਨੂੰ ਮੈਂ ਸਟੇਜ ਤੇ ਬੋਲਿਆ ਸੀ। ਅੱਜ ਮੈਨੂੰ ਐਂ ਲੱਗਦਾ ਵੀ ਕੁਦਰਤੀ ਵੀ ਉਹੀ ਸਾਰਾ ਕੁਝ ਕਿਵੇਂ ਵਾਪਰ ਗਿਆ, ਵੀ ਉਹ ਗੱਲਾਂ ਮਤਲਬ 1 ਮਹੀਨਾ ਤੇ ਇੰਨੇ ਦਿਨ ਪਹਿਲਾਂ ਵੀ ਆਹ ਗੱਲਾਂ ਨੇ ਅੰਦੋਲਨਕਾਰੀਆਂ ਨੂੰ ਸੁਚੇਤ ਰਹਿਣਾ ਚਾਹੀਦਾ। ਅੱਜ ਮੈਂ ਆਪਣੀ ਜਦੋਂ ਇੰਟਰਵਿਊ ਆਪ ਸੁਣੀ ਨਾ ਜੀ, ਉਹ 'ਚੋਂ ਮੈਨੂੰ ਇਹ ਲੱਗਿਆ ਵੀ ਇੱਕ ਤਾਂ ਤਜਰਬਾ ਦੇਖ ਲਓ ਤੁਸੀਂ, ਇੱਕ ਅਸਲ 'ਚ ਮੈਂ ਨਾ ਇਹਨਾਂ ਨੂੰ ਜਾਣਦਾ ਬਹੁਤ ਚੰਗੀ ਤਰ੍ਹਾਂ। ਮੈਨੂੰ ਪਤਾ ਵੀ ਇਹਨਾਂ ਦੀ ਕਾਰਜਸ਼ੈਲੀ ਕੀ ਹੈ, ਇਹ ਕਰ ਕੀ ਰਹੇ ਨੇ, ਕਿਉਂ ਕਰ ਰਹੇ ਨੇ, ਹਾਸਲ ਕਰਨਾ ਕੀ ਚਾਹੁੰਦੇ ਨੇ। ਇਸ ਕਰਕੇ ਮੇਰੇ ਲਈ ਇਹ ਉੱਪਰੀ ਗੱਲ ਨਹੀਂ, ਕਿਉਂਕਿ ਪਹਿਲੇ ਹੀ ਦਿਨ ਜਿੱਦਾਂ ਅਜੈਬ ਸਿੰਘ ਭੰਦੌਰ ਬੋਲਿਆ, ਮੈਂ ਉਹਨੂੰ ਹੈਡਿੰਗ ਇਹ ਦਿੱਤਾ, ਟਿੰਡ ਵਿੱਚ ਕਾਨਾ, ਪੰਨੂ ਤੇ ਭੰਦੇਰ ਨੇ ਠੋਕਤਾ ਫਾਨਾ। ਉਸ ਦੇ ਚਰਚਾ ਉਹਦੇ ਵਿੱਚ ਇਹ ਹੋਈ। ਦੂਜੀ ਗੱਲ ਸੀ ਦੀਪ ਸਿੱਧੂ ਦਾ ਜਿਹੜਾ ਵਰਤਾਰਾ ਨਾ ਜੀ, ਇਹ ਅਸਲ 'ਚ ਨਾ ਇੱਕ ਦੂਜੇ ਨਾਲ ਜੁੜੇ ਵੀ ਹੋਏ ਨੇ। ਦੀਪ ਸਿੱਧੂ ਹੋਇਆ, ਆਪਣਾ ਸੁਖਪ੍ਰੀਤ ਉਦੇਕੇ ਹੋਇਆ, ਸਿੱਖ ਚਿੰਤਕ ਅਜਮੇਰ ਸਿੰਘ ਹੋਇਆ, ਕਿਸਾਨ ਸੰਘਰਸ਼ ਕਮੇਟੀ ਹੋਈ, ਇਹਨਾਂ ਦੀਆਂ ਵੱਖਰੀਆਂ ਸੁਰਾਂ ਰਹੀਆਂ ਨੇ ਸ਼ੁਰੂ ਤੋਂ। ਵੱਡਾ ਇਸ ਅੰਦੋਲਨ ਤੇ ਹਮਲਾ ਇਹ ਸੀ ਵੀ ਇਹ ਲੀਡਰਲੈਸ ਅੰਦੋਲਨ ਆ, ਇਹਦਾ ਕੋਈ ਆਗੂ ਨਹੀਂ ਹੈ, ਜਿਹਦੇ ਖਾਤਰ ਜਿਹੜਾ ਪ੍ਰਵਚਨ ਸਿਰਜਿਆ ਗਿਆ, ਮਤਲਬ ਉਹ ਇਹ ਸਿਰਜਿਆ ਗਿਆ ਵੀ ਵਾਹਿਗੁਰੂ ਦੀ ਕਲਾ ਵਰਤੀ ਆ। ਇਹ ਬੰਦਿਆਂ ਦੇ ਬਸ ਗੱਲ ਏਡੀ ਹੈ ਨਹੀਂ। ਇਹ ਪ੍ਰਵਚਨ ਲੀਡਰਸ਼ਿਪ ਨੇ ਵੀ ਅਪਣਾ ਲਿਆ ਵੀ ਗੱਲ ਠੀਕ ਆ। ਇੰਨਾ ਸੋਚ ਕੇ ਤਾਂ ਨਾ ਤਾਂ ਭਾਜਪਾ ਨੂੰ ਪਤਾ ਸੀ ਆਹ ਕੁਛ ਹੋਊ, ਨਾ ਸਰਕਾਰ ਨੂੰ ਪਤਾ ਸੀ, ਨਾ ਕਿਸਾਨ ਆਗੂਆਂ ਨੂੰ ਪਤਾ ਸੀ। ਫਿਰ ਉਹਨਾਂ ਨੇ ਬੰਦੇ ਉਭਾਰਨੇ ਸ਼ੁਰੂ ਕਰਤੇ। ਦੀਪ ਸਿੱਧੂ ਤੇ ਲੱਖਾ ਪਹਿਲਾ ਜਿਹੜਾ ਕੱਢਿਆ ਪਰਚਾ ਮੋਰਚਾ, ਉਹਦੇ ਵਿੱਚ ਕਿਹਾ ਇਸ ਮੋਰਚੇ ਨੂੰ ਦਿੱਲੀ ਪਹੁੰਚਾਉਣ ਦਾ ਨਾਇਕ ਆ ਜਿਹੜਾ, ਉਹ ਤੇ ਕਲਾ ਵਰਤੀ ਆ, ਉਹ ਦੀਪ ਸਿੱਧੂ ਆ। ਇਹਨੂੰ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਰੋਕਣ 'ਚ ਲੱਖਾ ਸਿਧਾਣਾ, ਉਹ ਤੇ ਵੀ ਕਲਾ ਵਰਤੀ ਆ। ਮੈਂ ਲਗਾਤਾਰ ਲਿਖਦਾ ਰਿਹਾ ਵੀ ਇਹ ਪ੍ਰਵਚਨ ਬਹੁਤ ਖਤਰਨਾਕ ਹੈ। ਠੀਕ ਆ, ਆਪ ਮੁਹਾਰਤ ਆ, ਲੋਕ ਆ ਗਏ, ਉਹ ਲੋਕ ਆ ਗਏ ਜਿਨ੍ਹਾਂ ਦਾ ਜਥੇਬੰਦੀਆਂ ਨਾਲ ਸੰਬੰਧ ਨਹੀਂ ਸੀ, ਕਿਉਂਕਿ ਇਹ ਕਾਨੂੰਨਾਂ ਦੀ ਮਾਰ ਬਹੁਤ ਵੱਡੀ ਆ। ਇੱਕ ਤਾਂ ਇਹਨਾਂ ਦੀ ਮਾਰ ਆ,
ਇੱਕ ਜੋ ਪਹਿਲਾਂ ਹੀ ਮਾਰਾਂ ਸਹਿ ਰਹੇ ਨੇ ਲੋਕ, ਤਪੇ ਹੋਏ ਨੇ, ਉਹਨਾਂ ਨੂੰ ਇੱਕ ਮੂੰਹਾ ਮਿਲ ਗਿਆ। ਦੂਜਾ, ਪੰਜਾਬ ਬਹੁਤ ਕੁੱਟਿਆ, ਬਹੁਤ ਵੱਢਿਆ। ਜਿਹੜੀ ਇਹਦੀ ਸੁਰ ਸੀ ਨਾ ਜੀ, ਅਮਨ ਪੂਰਵਕ ਤੇ ਸ਼ਾਂਤੀ ਵਾਲੀ, ਲੋਕਾਂ ਨੂੰ ਲੱਗਿਆ ਵੀ ਆਹ ਗੱਲ ਠੀਕ ਆ। ਮਤਲਬ ਤੁਸੀਂ ਇਤਿਹਾਸ ਜਿਹੜੀ ਤੁਸੀਂ ਗੱਲ ਕੀਤੀ ਆ, ਇੰਨੇ ਨਕਸਲੀ ਮਾਰਤੇ ਝੂਠੇ ਮੁਕਾਬਲਿਆਂ 'ਚ, ਮੋਗੇ ਗੋਲੀ ਚੱਲੀ, ਸਾਰਾ ਪੰਜਾਬ ਬਲਿਆ, ਹਜ਼ਾਰਾਂ ਮੁੰਡੇ ਫੜ ਕੇ ਮੁਕਾਬਲਿਆਂ 'ਚ ਮਾਰਤੇ, ਕੋਈ ਵਿਰੋਧ ਨਹੀਂ ਉਸ ਤਰ੍ਹਾਂ ਹੋਇਆ ਚਲੋ ਹੁੰਦਾ ਰਿਹਾ। ਬਰਗਾੜੀ 2 ਮੁੰਡੇ ਸ਼ਹੀਦ ਹੋਏ, ਸਾਰਾ ਪੰਜਾਬ ਉੱਬਲ ਗਿਆ। ਸੋ ਇਹ ਕਿਸਾਨ ਅੰਦੋਲਨ ਆ ਜਿਹੜਾ, ਇਹ ਜਿਹੜੀ ਸਾਡੀ ਸਮਾਜਿਕਤਾ ਧਰਤੀ ਆ ਨਾ ਜੀ, ਜਿਹੜੀ ਕੁਦਰਤ ਦੇ ਜਿਹੜੇ ਵਰਤਾਰਿਆਂ ਦੀ ਉਲੰਘਣਾ ਹੋਈ ਆ, ਕਾਨੂੰਨ ਪੱਖੋਂ ਹੋਈ ਆ, ਸਮਾਜ ਪੱਖੋਂ ਹੋਈ ਆ, ਉਹਦਾ ਵਿਰੋਧ ਆ ਇਹ। ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਲਾਵਰਤੀ ਆ, ਉਹ ਸਾਰਾ ਕੁਝ ਇਕੱਠਾ ਹੋ ਗਿਆ। ਪਰ ਜਿਹੜਾ ਲੀਡਰਸ਼ਿਪ ਨੂੰ ਚੈਲੰਜ ਕੀਤਾ ਜਾ ਰਿਹਾ ਸੀ, ਉਸੇ ਦਿਨ ਰਾਤ ਨੂੰ ਜਦੋਂ ਸਟੇਜ ਤੇ ਕਬਜ਼ਾ ਕੀਤਾ, ਇੱਕ ਦਿਨ ਪਹਿਲਾਂ ਦੀਪ ਸਿੱਧੂ ਇਹ ਕਹਿ ਰਿਹਾ, ਵੀਡੀਓ ਪਾ ਕੇ ਆਈਸੋਲੇਟ ਹੋ ਗਿਆ ਸੀ ਨਾ ਬੁਰੀ ਤਰ੍ਹਾਂ, ਵੀ ਭੁੱਲ ਜਾਓ ਸਾਰੀਆਂ ਪੁਰਾਣੀਆਂ ਗੱਲਾਂ। ਅੱਜ ਜੇ ਕੋਈ ਸਾਡੇ ਲੀਡਰਾਂ ਵੱਲ ਅੱਖ ਚੱਕੂ, ਅਸੀਂ ਉਹਦੀ ਅੱਖ ਕੱਢ ਦਾਂਗੇ, ਅਸੀਂ ਲੱਤਾਂ ਭੰਨ ਦਾਂਗੇ। ਇੱਕ ਦਿਨ ਲੱਖਾ ਸਿਧਾਣਾ 1 ਘੰਟਾ ਪਹਿਲਾਂ ਮਤਲਬ ਰਾਜੇਵਾਲ ਸਾਹਿਬ ਨਾਲ ਮੁਲਾਕਾਤ ਕਰਦਾ, ਹੁਕਮ ਕਰੋ, ਜੋ ਹੁਕਮ ਕਰੋਗੇ ਉੱਥੇ 2 ਘੰਟੇ ਬਾਅਦ ਸਟੇਜ ਤੇ ਕਬਜ਼ਾ ਕਰ ਲੈਂਦੇ ਨੇ, ਸਾਰੇ ਪ੍ਰੋਗਰਾਮ ਨੂੰ ਉਲਟਾ ਦਿੰਦੇ ਨੇ। ਤੇ ਫਿਰ ਮੁੜ ਕੇ ਲੱਖਾ ਸਿਧਾਣਾ ਵੀ ਕਹਿ ਦਿੰਦਾ ਵੀ ਪੰਨੂ ਤੇ ਸੰਘਰਸ਼ ਕਮੇਟੀ ਵਾਲੇ ਅੰਦੋਲਨ 'ਚ ਜਾਓ ਜੀ, ਤੁਸੀਂ ਉਧਰਲੇ ਪਾਸੇ ਜਾਓ। 1 ਘੰਟੇ ਬਾਅਦ ਫਿਰ ਉਹ ਵੀਡੀਓ ਪਾਉਂਦਾ। ਨੌਜਵਾਨੋ ਦੇਖਿਓ, ਗਲਤੀ ਨਾ ਕਰ ਬੈਠਿਓ, ਇੱਕ ਵੀ ਹਿੰਸਾ ਦੀ ਘਟਨਾ ਹੋ ਗਈ ਤਾਂ ਆਹ ਕੁਝ ਹੋ ਜਾਣਾ। ਸੋ ਇਹ ਜਿਹੜੇ ਕਿਰਦਾਰ ਨੇ, ਜਿਹੜੇ ਵਰਤਾਰੇ ਨੇ ਨਾ ਜੀ, ਇਹਨਾਂ ਨੇ ਕੋਈ ਨਾ ਕੋਈ ਰੰਗ ਦਿਖਾਉਣਾ ਸੀ। ਸੋ ਇਹ ਕਿਹਾ ਜਾ ਸਕਦਾ ਵੀ ਪਹਿਲਾ ਹਾਫ ਆ ਜਿਹੜਾ, ਉਹ ਖਤਮ ਹੋ ਗਿਆ। ਇਹਨੇ ਸਬਕ ਵੀ ਬਹੁਤ ਸਾਰੇ ਦੇਤੇ, ਤੇ ਇਹਨੇ ਅੰਦੋਲਨ ਦੇ ਵਿੱਚ ਜਿਹੜਾ ਖੌਰੂ ਪਾਊ ਜੰਤਰ ਸੀ ਨਾ ਜੀ, ਉਹ ਬੇਨਕਾਬ ਕਰਤੇ, ਜਿਹੜੇ ਕਿਸੇ ਦੇ ਨਹੀਂ ਮੰਨਣ ਨੂੰ ਤਿਆਰ। ਸਭ ਤੋਂ ਵੱਡਾ ਤਰੀਕਾ ਇਹ ਹੁੰਦਾ ਆਪਦੀ ਪਕਾਉਣ ਦਾ, ਵੀ ਲੀਡਰਸ਼ਿਪ ਨੂੰ ਨਕਾਰਨ ਲੱਗ ਜਾਓ, ਉਹਦਾ ਸਿੱਟਾ ਨਿਕਲਿਆ। ਜਿੱਥੇ ਲੀਡਰਾਂ ਨੇ ਅਗਵਾਈ ਕੀਤੀ ਆ, ਪੱਤਾ ਨਹੀਂ ਹਿੱਲਿਆ ਜੀ। ਐਡਾ ਵੱਡਾ ਵਿਸ਼ਾਲ ਮਾਰਚ, ਲੋਕਾਂ ਨੇ ਫੁੱਲ ਵਰਸਾਏ, ਜਿੰਨਾ ਵੀ ਮਾਰਚ ਉਹਨਾਂ ਨੇ ਕੱਢਿਆ ਇਤਿਹਾਸਕ ਸੀ। ਇੱਕ ਤੁਸੀਂ ਕਿਤੇ ਇੱਕ ਦਿਖਾ ਦਿਓ, ਝਰੀਟ ਨਹੀਂ ਲੱਗੀ ਕਿਸੇ ਦੀ। ਪਰ ਆਹ ਜਿਹੜੀ ਆਹ ਸੈਨਾ ਸੀ, ਜਦੋਂ ਤੁਹਾਨੂੰ ਪਤਾ ਵੀ ਇੱਧਰ ਮਾਰਚ ਨੇ ਆਉਣਾ ਨਹੀਂ, ਉਹਨਾਂ ਨੂੰ ਲਾਂਘੇ ਦੇ ਰਹੇ ਹੋ ਜੀ। ਫਿਰ ਲਾਲ ਕਿਲਾ, ਜਿੱਥੇ ਇੰਨੀ ਸਿਕਿਉਰਿਟੀ, ਅਚਾਨਕ ਉੱਥੇ ਚੁੱਪਚਾਂਦ ਵਰਤ ਜਾਂਦੀ ਆ, ਉੱਥੇ ਸਾਰਾ ਕੁਝ ਵਾਪਰ ਜਾਂਦਾ, ਸਭ ਕੁਝ ਹੋ ਜਾਂਦਾ। ਦੀਪ ਸਿੱਧੂ ਆ ਜਿਹੜਾ ਲਾਈਵ ਵੀ ਹੁੰਦਾ, ਉਸ ਤੋਂ ਬਾਅਦ ਸਰਕਾਰ ਹੱਕ ਚ ਆਉਂਦੀ ਆ। ਇਹ ਇੱਕ ਹਿਸਾਬ ਨਾਲ ਨਾ ਕਈ ਵਾਰ ਸਾਨੂੰ ਲੱਗਦਾ 2 ਦੁਸ਼ਮਣ ਨੇ, ਜਿਵੇਂ ਇਹ ਲੱਗਦਾ ਨਾ ਵੀ ਕਿ ਆਪਣਾ ਗੁਰਪਤਵੰਤ ਪੰਨੂ ਆ ਜਿਹੜਾ, ਯਾਰ ਅਸਲ ਲੜਾਕੇ ਉਹ ਨੇ, ਤਲੀ ਤੇ ਧਰ ਰੱਖੀ ਆ, ਉਹਨਾਂ ਦੀ ਜ਼ਮੀਨ ਜ਼ਬਤ ਹੋ ਗਈ ਜੀ, NI ਦਾ ਨੋਟਿਸ ਜਾਰੀ ਹੋ ਗਿਆ ਜੀ। ਉਹ ਅਸਲ 'ਚ ਇੱਕ ਦੂਜੇ ਨੂੰ ਪਾਸ ਦੇ ਕੇ ਖੇਡਦੇ ਹੁੰਦੇ ਨੇ। ਮੈਂ ਨਹੀਂ ਕਹਿੰਦਾ ਮਿਲੇ ਹੋਏ ਨੇ ਜਾਂ ਏਜੰਟ ਨੇ, ਇਹ ਭਾਸ਼ਾ 'ਚ ਮੈਂ ਨਹੀਂ ਪਾਉਂਦਾ। ਤੁਹਾਡੀ ਇੱਕ ਪੋਲੀਟਿਕਸ ਆ ਜਿਹੜੀ ਸਿਆਸਤ ਆ, ਦੂਜੇ ਪਾਸਿਓਂ ਉਹਨਾਂ ਨੂੰ ਸਰਵ ਕਰਦੀ ਆ। ਇਹੀ ਪ੍ਰਵਚਨ ਸਰਕਾਰ ਦਾ ਸੀ। ਇਹ ਖਾਲਿਸਤਾਨੀ ਨੇ, ਇਹ ਉਪਦਰਵੀ ਨੇ। ਕੱਲ ਪਹਿਲੀ ਵਾਰ TV ਚੈਨਲਾਂ ਨੇ ਇਹ ਸ਼ਬਦ ਵਰਤਿਆ, ਉਪਦਰਵੀ ਨੇ, ਦੰਗਾਕਾਰੀ ਨੇ। ਤੁਸੀਂ ਉਹ ਕਿਸਾਨਾਂ ਬਾਰੇ, ਜਿਨ੍ਹਾਂ ਬਾਰੇ ਮਾਫੀਆਂ ਮੰਗੀਆਂ ਪਹਿਲਾਂ ਰਾਜਨਾਥ ਸਿੰਘ ਨੇ ਵੀ, ਕੋਈ ਅੰਤਕਵਾਦੀ ਨਹੀਂ, ਇਹ ਧਰਤੀ ਦੇ ਪੁੱਤਰ ਨੇ। ਸੋ ਇੱਕ ਬਹੁਤ ਲੰਬੇ ਵਿਸਥਾਰ ਦੇ ਵਿੱਚ ਤੁਸੀਂ ਉਹ ਸਾਰੇ ਘਟਨਾਕ੍ਰਮ ਨੂੰ ਸਮੇਟ ਕੇ ਰੱਖ ਦਿੱਤਾ। ਮੈਂ ਇਸੇ ਕਰਕੇ ਟੋਕ ਨਹੀਂ ਰਿਹਾ ਸੀਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਪਹਿਲਾਂ ਹੋਣੀਆਂ ਬਹੁਤ ਲਾਜ਼ਮੀ ਆ। ਹੁਣ ਮੈਂ ਕੁਝ ਨੁਕਤਿਆਂ ਦੇ ਉੱਤੇ ਜਿਹੜੀ ਆ ਉਹ ਚਰਚਾ ਕਰਦੇ ਆ। ਦੀਪ ਸਿੱਧੂ ਦਾ ਜ਼ਿਕਰ ਵਾਰ-ਵਾਰ ਆਉਂਦਾ ਆ। ਇੱਕ ਤਰੀਕੇ ਨਾਲ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦੀਪ ਸਿੱਧੂ ਜਿਹੜਾ ਆ, ਉਹ ਪਹਿਲਾਂ ਹੀਰੋ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀ, ਹੁਣ ਵਿਲਨ ਵੀ ਬਣ ਗਿਆ। ਤੇ ਵਿਲਨ ਵੀ, ਕੁਝ ਵਿਲਨ ਚੰਗੇ ਵੀ ਹੁੰਦੇ ਆ, ਤੇ ਚੰਗੇ ਵਿਲਨਾਂ ਦੇ ਵਿੱਚ ਵੀ ਜਿਹੜਾ ਉਹਦਾ ਸ਼ੁਮਾਰ ਇਸ ਸਮੇਂ ਹੁੰਦਾ ਨਜ਼ਰ ਨਹੀਂ ਆ ਰਿਹਾ। ਦੀਪ ਸਿੱਧੂ ਦੇ ਖਾਸ ਮਨਸ਼ੇ ਤੁਹਾਨੂੰ ਕਿਹੜੇ ਲੱਗਦੇ ਆ? ਕਿਉਂ ਇਸ ਤਰੀਕੇ ਨਾਲ? ਕਿਉਂਕਿ ਜਿੱਥੇ ਪੂਰਾ ਪੰਜਾਬ ਆਮੋ ਖਾਸ ਇਸ ਅੰਦੋਲਨ ਦੀ ਸਲਾਮਤੀ ਲਈ, ਸਫਲਤਾ ਲਈ ਅਰਦਾਸਾਂ ਕਰਦਾ ਸੀ, ਆਪ ਮੁਹਾਰੇ ਉਹਦੇ ਵਿੱਚ ਜੁੜ ਰਿਹਾ ਸੀ, ਦੀਪ ਸਿੱਧੂ ਉਸ ਅੰਦੋਲਨ ਦੇ ਵਿੱਚ ਜੁੜ ਕੇ ਇੱਥੋਂ ਤੱਕ ਅੰਦੋਲਨ ਨੂੰ ਲਿਜਾਉਣ ਦੇ ਲਈ ਕਿਉਂ ਕਾਲਾ ਸੀਗਾ? ਦੇਖੋ, ਉਹ ਇਸ ਤਰ੍ਹਾਂ, ਇਹ ਪੈਰਾਸ਼ੂਟਰ ਸੀ। ਜੇ ਤੁਸੀਂ ਦੇਖੋ ਨਾ, ਅਚਾਨਕ ਇਹ ਪ੍ਰਗਟ ਹੋਇਆ ਅੰਦੋਲਨ ਦੇ ਵਿੱਚ। ਪਹਿਲੇ ਦਿਨ ਜਦੋਂ ਕਿਸਾਨ ਜਥੇਬੰਦੀਆਂ ਨਾਲ ਗਾਇਕਾਂ ਦੀ, ਆਰਟਿਸਟਾਂ ਦੀ ਮੁਲਾਕਾਤ ਹੋਈ, ਬੜੇ ਮਾਣ ਸਤਿਕਾਰ ਨਾਲ ਹੋਈ। ਉਹਨਾਂ ਨੇ ਕਿਹਾ ਤੁਹਾਡੀ ਇੱਕ ਕਮੇਟੀ ਬਣਾ ਦਿੰਦੇ, ਅਸੀਂ ਉਹਦੇ ਨਾਲ ਵੀ ਸਲਾਹ ਮਸ਼ਵਰਾ ਕਰਿਆ ਕਰਾਂਗੇ। ਪਰ ਜਦੋਂ ਇਹਨੇ ਆਪਦਾ ਪ੍ਰਵਚਨ ਉਸਾਰਨਾ ਸ਼ੁਰੂ ਕਰਤਾ ਵੀ ਜੇ ਤਾਂ ਇਹ ਖੇਤੀ ਅੰਦੋਲਨ ਤੇ MSP ਦਾ ਹੁੰਦਾ, ਮੈਂ ਤਾਂ ਨਹੀਂ ਆਉਂਦਾ ਸੀ, ਇਹ ਤਾਂ ਸਾਡੀ ਹੋਂਦ ਦੀ ਲੜਾਈ ਆ, ਇਹ ਤਾਂ ਮਤਲਬ ਖੁਦ ਮੁਖਤਿਆਰੀ ਦੀ ਲੜਾਈ ਆ, ਉਹ ਸਾਰੇ ਇਹਨੂੰ ਛੱਡ ਗਏ। ਕੱਲਾ ਰਹਿ ਗਿਆ, ਕੱਲੇ ਨੇ ਜਾ ਕੇ ਸ਼ੰਭੂ ਮੋਰਚਾ ਕੱਢਤਾ। ਇਹਦੇ ਨਾਲ ਉਹ ਲੋਕ ਸੀ ਜਿਹੜੇ ਨਵਾਂ ਪ੍ਰਵਚਨ ਉਸਾਰਨਾ ਚਾਹੁੰਦੇ ਸੀ। ਉਹ ਪਹਿਲੇ ਦਿਨ ਤੇ ਤੁਸੀਂ ਦੇਖੋ ਮੇਰੀ ਇੰਟਰਵਿਊ 'ਚ ਮੈਂ ਕਹਿੰਦਾ ਸੀ ਇਹ ਅੰਦੋਲਨ ਦੇ ਅੰਦਰ ਪੈਰਲਲ ਅੰਦੋਲਨ ਉਸਾਰ ਰਿਹਾ। ਇਹ ਅੰਦੋਲਨ ਦੇ ਵਿੱਚੋਂ ਨਕਲ ਮਾਰ ਰਿਹਾ ਵੀ ਜੇ ਅੰਨਾ ਹਜ਼ਾਰੇ ਦੇ ਵਿੱਚੋਂ ਜਿਵੇਂ ਆਮ ਆਦਮੀ ਪਾਰਟੀ ਕੱਢੀ ਸੀ, ਅਜਮੇਰ ਸਿੰਘ ਇਹਦਾ ਮੈਂਟਰ ਆ,
ਜਿਉਂ ਕਹਿੰਦਾ ਮੈਂ ਉਹਦੀਆਂ ਕਿਤਾਬਾਂ ਪੜ੍ਹ ਕੇ ਮਤਲਬ ਪ੍ਰਭਾਵਿਤ ਹੋਇਆ। ਅੱਜ ਅੰਗਰੇਜ਼ੀ ਖਬਰਾਂ 'ਚ ਵੀ ਲਿਖਿਆ ਵੀ ਹਿੰਦੂ ਰੈਡੀਕਲ ਟਰਨਡ ਇਨਟੂ ਏ ਸਿੱਖ ਰੈਡੀਕਲ, ਮਤਲਬ ਹਿੰਦੂ ਖਾੜਕੂ ਕਹਿ ਲਓ ਤੁਸੀਂ, ਅੱਤਵਾਦੀ ਨਾ ਕਹੋ, ਵੀ ਉਹਦੇ ਵਿੱਚ ਉਹ ਬਦਲ ਗਿਆ। ਉਹਦੇ ਵਿੱਚੋਂ ਇਹੀ ਪ੍ਰਵਚਨ ਉਸਾਰ ਰਿਹਾ ਸੀ। ਉਹ ਸੀ ਜਿਹੜਾ ਆਪਣਾ ਅਜਮੇਰ ਸਿੰਘ ਜੀ, ਉਹ ਅਸਲ 'ਚ ਪਹਿਲਾਂ ਖਾਲਿਸਤਾਨ ਤੇ ਗਿਆ, ਫਿਰ ਖਾਲਿਸਤਾਨ ਤੋਂ ਪਿੱਛੇ ਹਟ ਕੇ ਉਹਨੂੰ ਵੀ ਇੱਕ ਸਿਆਸੀ ਧਿਰ ਦੀ ਲੋੜ ਸੀ, ਜਿਹਦੇ ਵਿੱਚ ਉਹਨੇ ਇੱਕ ਨਵਾਂ ਪ੍ਰਵਚਨ ਉਸਾਰਿਆ, ਫੈਡਰਲਿਜ਼ਮ ਲਈ ਲੜਾਈ ਅੱਜ ਦੇ ਸਮੇਂ ਦੀ ਲੋੜ ਆ, ਪਰ ਸਿੱਖਾਂ ਨੂੰ ਇਹਦੇ ਨਾਲ ਸਰਨਾ ਨਹੀਂ, ਜਿੱਥੋਂ ਛੱਡਿਆ ਸੀ ਉਹਦੀ ਤੰਦ ਨਾਲ ਜੋੜ ਲਈ। ਉਹਨੇ ਫਿਰ ਇਹ ਪ੍ਰਵਚਨ ਉਸਾਰਿਆ ਵੀ 25 ਤਰੀਕ ਤੱਕ ਤਾਂ ਜੀ ਜਥੇਬੰਦੀਆਂ ਦੀ ਅਗਵਾਈ ਸੀ, ਮੰਨ ਲੈਂਦੇ ਅਸੀਂ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਤੁਸੀਂ ਦੇਖੋ, ਪਰ 26 ਤਰੀਕ ਨੂੰ ਇਹਨਾਂ ਦੇ ਹੱਥੋਂ ਅੰਦੋਲਨ ਗਿਆ। ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ, ਤੇ ਹੁਣ ਤਾਂ ਉਹੀ ਹੋਊ ਜੋ ਲੋਕ ਫੈਸਲਾ ਕਰਨਗੇ। ਜਦੋਂ ਤੁਸੀਂ ਇਹ ਪ੍ਰਵਚਨ ਉਸਾਰਨ ਲੱਗ ਜਾਓ, ਲੋਕਾਂ ਤੋਂ ਕੀ ਫੈਸਲਾ ਕਰਾਇਆ ਇਹਨਾਂ ਨੇ ਤੁਹਾਡੇ ਸਾਹਮਣੇ ਆ। ਮਤਲਬ ਉਹ ਪਰੇਡ ਜਿਹਦਾ ਚਰਚਾ ਹੋਣਾ ਸੀ, ਇਤਿਹਾਸਕ ਪਰੇਡ, ਅੱਜ ਵੀ ਉਹ ਇਤਿਹਾਸਕ ਪਰੇਡ ਆ, ਪਰ ਕਿਉਂਕਿ ਟੀਵੀ ਤੋਂ ਬਾਹਰ ਹੋ ਗਈ, ਖਬਰਾਂ ਤੋਂ ਬਾਹਰ ਹੋ ਗਈ, ਉਹਨੇ ਕਿੰਨਾ ਉਲਟ ਗੇੜਾ ਦਿੱਤਾ, ਇੱਕ ਬਹੁਤ ਵੱਡਾ ਝਟਕਾ ਲਾਇਆ ਅੰਦੋਲਨ ਨੂੰ। ਸੋ ਇਸ ਕਰਕੇ ਇਹ ਪੈਰਲਲ ਸੈਂਟਰ ਸੀ, ਕਿਉਂਕਿ ਹੁਣ ਜੇ ਆਪਾਂ ਇਹਨੂੰ ਇਸ ਤਰ੍ਹਾਂ ਕਹੀਏ ਵੀ ਅੰਦੋਲਨ ਜਿਹੜੇ ਹਿਸਾਬ ਨਾਲ ਉੱਭਰ ਰਿਹਾ ਸੀ, ਉਹਨੂੰ ਕਵਰ ਕਰਨ ਲਈ ਇੱਕ ਕਵਰ ਏਜੰਟ ਸੀ। ਏਜੰਟ ਸ਼ਬਦ ਕਈ ਵਾਰ ਹੋਰ ਤਰ੍ਹਾਂ ਇਹ ਹੁੰਦਾ, ਕਵਰਿੰਗ ਫੋਰਸ ਸੀ ਵੀ ਇਹਨੂੰ ਡੀਰੇਲ ਕਿਵੇਂ ਕਰਨਾ, ਇਹਨੂੰ ਪੋਲਿਟਿਕਸ ਦੇ ਵਿੱਚ ਕਿਵੇਂ ਲੈ ਕੇ ਜਾਣਾ। ਇਹ ਬਹੁਤ ਅਹਿਮ ਨੁਕਤਾ ਆ, ਕਿਉਂਕਿ ਸਵਾਲ ਤਾਂ ਕਈ ਉੱਠਦੇ ਨੇ ਕਿ ਇਹ ਕੁਝ ਹੋ ਗਿਆ, ਕਿਉਂ ਕੀਤਾ, ਕਿਉਂ। ਹੁਣ ਮਸਲਾ ਇਹੀ ਹੈ, ਕਿਉਂ ਕੀਤਾ ਦੀਪ ਸਿੱਧੂ ਨੇ? ਕੀ ਸਿਰਫ ਆਪਣੇ ਸਿਆਸੀ ਮਨਸੂਬੇ ਪੂਰੇ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ, ਜਾਂ ਜਦੋਂ ਜਿਹੜਾ ਤੁਸੀਂ ਕਹਿੰਦੇ ਕਿ ਸ਼ਬਦ ਕੋਈ ਬਹੁਤਾ ਵਧੀਆ ਨਹੀਂ, ਏਜੰਟ, ਜਾਂ ਸੱਤਾ ਦੇ ਹੱਕ ਦੇ ਵਿੱਚ ਸਿੱਧੇ ਤੌਰ ਤੇ ਭੁਗਤਣ ਲਈ ਇਹ ਸਾਰਾ ਕੁਝ ਕੀਤਾ ਗਿਆ? ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਮਤਲਬ ਜਿਹੜੀ ਇੱਕ ਜਿਹਨੂੰ ਆਪਾਂ ਕਹਿੰਦੇ ਥਰਡ ਏਜੰਸੀ, ਜਿਹੜੀ ਕਦੇ ਨਹੀਂ ਕਿਸੇ ਨੂੰ ਦਿਸਦੀ। ਅਜੀਤ ਡੋਵਾਲ, ਤੁਸੀਂ ਹੈਰਾਨ ਹੋਵੋਗੇ, ਜਿਹੜਾ ਅੱਜ ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ ਆ, ਦਰਬਾਰ ਸਾਹਿਬ ਤੇ ਜਦੋਂ ਖਾੜਕੂਆਂ ਦਾ ਕਬਜ਼ਾ ਸੀ, 1 ਸਾਲ ਉਹਨਾਂ ਦੇ ਵਿੱਚ ਰਿਹਾ, ਪਾਕਿਸਤਾਨੀ ਜਨਰਲ ਬਣ ਕੇ, ਤੇ ਸਾਰੇ ਹਥਿਆਰਾਂ ਦੀ ਸਪਲਾਈ ਕਰਨ ਦਾ ਏਜੰਸੀਆਂ ਦਾ ਆਪਰੇਸ਼ਨ। ਹੁਣ ਤੁਸੀਂ ਸੋਚ ਲਓ ਕਿੱਡੇ ਵੱਡੇ ਹੁੰਦੇ ਨੇ। ਸੋ ਇਸ ਕਰਕੇ ਕਿਉਂਕਿ ਇਹਨਾਂ ਗੱਲਾਂ ਦੇ ਸਬੂਤ ਨਹੀਂ ਮਿਲਦੇ, ਉਹਦਾ ਨਿਸ਼ਾਨਾ ਸ਼ੁਰੂ ਤੋਂ ਹੀ ਅੰਦੋਲਨ ਰਿਹਾ, ਲੀਡਰਸ਼ਿਪ ਰਹੀ ਆ, ਸ਼ੁਰੂ ਤੋਂ ਹੀ ਰਹੀ ਆ, ਇਹਨੂੰ ਨਕਾਰਨ ਦੀ ਗੱਲ ਹੈ। ਦੂਜੀ ਗੱਲ, ਇੱਕ ਨਵਾਂ ਯੂਥ ਜਿਹੜਾ ਆਇਆ ਨਾ ਜੀ, ਠੀਕ ਆ, ਨੌਜਵਾਨਾਂ ਦਾ ਜੋਸ਼ ਆ, ਜਿਨ੍ਹਾਂ ਨੂੰ ਅਸਲ 'ਚ ਅੰਦੋਲਨ ਦੇ ਵਰਤਾਂਤ ਦੀ ਨਹੀਂ ਪਤਾ, ਨਾ ਤਾਂ ਉਹਨੂੰ 84 'ਚ ਜੋ ਹੋਇਆ ਉਹ ਵਰਤਾਂਤ ਦਾ ਪਤਾ, ਨਾ ਉਹਨਾਂ ਨੇ ਕਿਸੇ ਨਵੇਂ ਅੰਦੋਲਨ 'ਚ ਉਸ ਤਰ੍ਹਾਂ ਭਾਗ ਲਿਆ ਵੀ ਅੰਦੋਲਨ ਕੀ ਹੁੰਦਾ, ਲੀਡਰਸ਼ਿਪ ਕੀ ਹੁੰਦੀ ਹੈ, ਲੜਾਈ ਕਿੱਡੀ ਆ। ਦੂਜੀ, ਉਹ ਇਹੀ ਨਹੀਂ ਸਮਝ ਸਕੇ ਵੀ ਇਹ ਲੜਾਈ ਹੈ ਬਹੁਤ ਵੱਡੀ, ਐਡੀ ਵੱਡੀ ਲੜਾਈ ਆ। ਤੁਸੀਂ ਦੇਖ ਲਓ, ਇੱਕ ਭਾਰਤ ਸਰਕਾਰ ਨੇ, ਸਟੇਟ ਨੇ ਇੱਕ ਵਰਤਾਂਤ ਲੰਮੇ ਸਮੇਂ ਤੋਂ ਸਿਰਜਿਆ, ਭਾਰਤ ਇੱਕ ਆ, ਭਾਰਤ ਰਾਸ਼ਟਰ ਆ, ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਭਾਸ਼ਾ ਹੈ ਜੀ, ਇੱਕ ਦੇਸ਼ ਇੱਕ ਕਾਰਡ, ਹੁਣ ਇੱਕ ਦੇਸ਼ ਇੱਕ ਖੇਤੀ। ਇਹ ਅੰਦੋਲਨ ਨੇ ਉਸ ਵਰਤਾਂਤ ਨੂੰ ਨੱਕਾ ਲਾਤਾ। ਜਿਵੇਂ ਹੁਣ ਕਈ ਲੋਕ ਆਮ ਯਾਰ ਐਡੀ ਕਿਹੜੀ ਗੱਲ ਆ, ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ, ਫਿਰ ਕੀ ਹੋ ਜੂ, ਪਹਿਲਾਂ ਵੀ ਖੇਤੀ ਦੀ ਕਿਹੜੀ ਚੰਗੀ ਹਾਲਤ ਆ, ਇਹੋ ਜਿਹੀ ਹਾਲਤ ਗੱਲਾਂ ਆਉਂਦੀਆਂ ਨੇ ਨਾ ਜੀ। ਸੋ ਇੱਕ ਸਟੇਟ ਦੇ ਵਰਤਾਂਤ ਨੂੰ ਐਡਾ ਵੱਡਾ ਚੈਲੰਜ ਹੋਇਆ। ਦੂਜੀ ਵੱਡੀ ਗੱਲ ਜਿਹੜੀ ਹੋਈ, ਪੰਜਾਬ ਬਾਰੇ ਜੋ ਨਕਸ਼ਾ ਬਣਾਇਆ ਹੋਇਆ ਸੀ, ਇਹਨੇ ਉਹ ਮਿੱਥਾਂ ਤੋੜਤੀਆਂ। ਮਤਲਬ ਦੇਸ਼ ਦੇ ਲੋਕ ਇਹ ਕਹਿੰਦੇ ਨੇ ਬਿਨਾਂ ਸਾਡੇ ਕਹੇ, ਪਹਿਲਾਂ ਤਾਂ ਅਸੀਂ ਕਹਿੰਦੇ ਸੀ ਨਾ ਜੀ, ਅਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ, ਅਸੀਂ ਢਿੱਡ ਭਰਿਆ ਜੀ, ਅਸੀਂ ਐਂ ਕੀਤਾ। ਲੋਕ ਕਹਿੰਦੇ ਨੇ ਪੰਜਾਬ ਨੇ ਅਗਵਾਈ ਕੀਤੀ ਆ, ਦੋ ਪੱਖਾਂ ਤੋਂ। ਉਹਨਾਂ ਨੇ ਅਗਵਾਈ ਦੇ ਵੀ ਦਿੱਤੀ ਪੰਜਾਬ ਦੀ ਲੀਡਰਸ਼ਿਪ ਨੂੰ, ਸਾਰੀਆਂ 500 ਯੂਨੀਅਨਾਂ, ਉਹ ਕਹਿੰਦੇ 32 ਤਾਂ ਤੁਸੀਂ ਹੋ, 5-7 ਸਾਡੇ ਨਾਲ ਇਹ ਹੋਣਗੇ। ਮਤਲਬ ਇਹਨੇ ਕੀ ਕੀਤਾ, ਇਹਨੇ ਜਿਹੜੇ ਪ੍ਰਚਲਿਤ ਵਰਤਾਂਤ ਸੀ, ਚਾਹੇ ਉਹ ਖਾਲਿਸਤਾਨ ਦਾ ਵਰਤਾਂਤ ਹੋਵੇ, ਚਾਹੇ ਉਹ ਲਾਲ ਇਨਕਲਾਬ ਦਾ ਵਰਤਾਂਤ ਹੋਵੇ, ਚਾਹੇ ਰਾਸ਼ਟਰਵਾਦ ਦਾ ਵਰਤਾਂਤ ਹੋਵੇ, ਉਹ ਸਾਰਿਆਂ ਤੇ ਸਵਾਲ ਖੜੇ ਕਰਤੇ। ਇਸ ਧਰਤ ਨੂੰ ਇੱਕ ਨਵਾਂ ਵਰਤਾਂਤ ਚਾਹੀਦਾ, ਆਪਸੀ ਸਹਿਯੋਗ ਵਾਲਾ, ਆਪਸੀ ਤਾਲਮੇਲ ਵਾਲਾ, ਜਿਹਨੂੰ ਤੁਸੀਂ ਫੈਡਰਲ ਇੰਡੀਆ ਦੀ ਗੱਲ ਕਰ ਦੋ। ਆਖਰ 'ਚ ਆ ਕੇ ਕਿਸਾਨ ਅੰਦੋਲਨ ਨੇ ਵੀ ਉੱਥੇ ਆ ਕੇ ਨੱਕਾ ਲਾਇਆ ਨਾ ਜੀ, ਵੀ ਇਹ ਸੰਵਿਧਾਨ ਦੀ ਉਲੰਘਣਾ ਕੀਤੀ ਆ, ਫੈਡਰਲ ਢਾਂਚੇ ਤੇ ਹਮਲਾ, ਰਾਜਾਂ ਦੇ ਹੱਕਾਂ ਤੇ ਹਮਲਾ, ਤੇ ਨਾਲ ਵਿਆਖਿਆ ਵੀ ਕੀਤੀ ਆ ਵੀ ਇਹ ਲੰਬੇ ਸਮੇਂ ਤੋਂ ਹੁੰਦਾ ਆ, ਤੇ ਨਾਲੇ ਵੀ ਕਿਹਾ ਸਾਰੀਆਂ ਸਿਆਸੀ ਪਾਰਟੀਆਂ 'ਚ ਭਾਗੀਦਾਰ ਨੇ ਇਹ ਕੁਝ ਕਰਨ ਦੇ ਵਿੱਚ, ਜਿਹਦੇ ਕਰਕੇ ਉਹ ਆਈਸੋਲੇਟ ਹੋਈਆਂ ਨੇ। ਸੋ ਇਹ ਨਵੇਂ ਵਰਤਾਂਤ ਨੂੰ ਸਮਝਣ ਦੀ ਲੋੜ ਆ। ਇਹਦੇ ਅਨੁਸਾਰ ਜੇ ਤੁਸੀਂ ਚੱਲੋ, ਜੇ ਤੁਸੀਂ ਇਹੀ ਆ ਨਾ ਜੀ ਵੀ ਬਾਬਾ ਬਘੇਲ ਸਿੰਘ ਨੇ ਜੀ 227 ਸਾਲ ਪਹਿਲਾਂ ਦਿੱਲੀ ਜਿੱਤੀ ਸੀ, ਦਿੱਲੀ ਜਿੱਤਣ ਆਇਆ, ਬਿਲਕੁਲ ਦਿੱਲੀ ਜਿੱਤਣ ਆਇਆ, ਪਰ ਦਿੱਲੀ ਜਿੱਤੀ ਹੁਣ ਉਸ ਤਰ੍ਹਾਂ ਨਹੀਂ ਦਿੱਤੀ ਜਾਣੀ ਵੀ ਇਹ ਝੰਡਾ ਲਹਿਰਾਤਾ ਹੁਣ ਦਿੱਲੀ ਜਿੱਤੀ ਗਈ। ਦਿੱਲੀ ਨੂੰ ਜਿੱਤਣ ਦਾ ਕੀ ਮਤਲਬ ਆ? ਅੰਦੋਲਨ ਦੀ ਸਫਲਤਾ। ਅੰਦੋਲਨ ਐਡਾ ਖਤਰਨਾਕ ਆ ਸਟੇਟ ਲਈ, ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਸੋਚਦੇ ਹੋ। ਤਿੰਨੇ ਖੇਤੀ ਬਿੱਲੋਂ ਰੱਦ ਕਰਨ ਨੂੰ ਵੀ ਤਿਆਰ ਨੇ। ਜਿਹੜਾ ਅਗਲਾ ਨੁਕਤਾ ਨਾ MSP ਤੇ ਖਰੀਦ ਦੀ ਗਰੰਟੀ, ਉਹਦਾ ਜਿਹੜਾ ਦੇਸ਼ ਦੇ ਵਿੱਚ ਪ੍ਰਚਾਰ ਹੋ ਰਿਹਾ, ਕੇਂਦਰ ਸਰਕਾਰ ਲਈ ਸਭ ਤੋਂ ਵੱਡਾ ਖਤਰਨਾਕ ਹੋਊਗਾ।
ਇੰਨੇ ਸਾਲ 60 ਸਾਲ ਜੀ ਇਹਨਾਂ ਨੇ 40 ਸਾਲ ਕਹਿ ਲਓ 50 ਸਾਲ ਕਹਿ ਲਓ MSP ਦੇ ਨਾਂ ਤੇ ਜਿਹੜਾ ਹਰਾ ਇਨਕਲਾਬ ਸੀ ਇੱਕ ਵਾਰ ਖੁਸ਼ਹਾਲੀ ਆਈ, ਮੁੜ ਕੇ ਉਹਨਾਂ ਦੀ ਲਾਗਤ ਕੀਮਤ ਵੱਧ ਗਈ, ਉਹਨੂੰ MSP ਦੇ ਨਾਂ ਤੇ ਲੁੱਟ ਲਿਆ। ਬਾਕੀ ਜਿਹੜੀ ਪਹਿਲਾਂ 6% ਸੀ ਹੁਣ ਕਹਿੰਦੇ 12%, ਬਾਕੀਆਂ ਨੂੰ MSP ਨਾ ਦੇ ਕੇ ਲੁੱਟ ਲਿਆ। ਜਦੋਂ ਦੇਸ਼ 'ਚ ਗੱਲ ਆ ਰਹੀ ਆ ਵੀ ਯਾਰ ਪੰਜਾਬ ਵਾਲਿਆਂ ਨੂੰ ਕੀ ਹੋ ਗਿਆ, ਉਹ ਕਹਿੰਦੇ ਆਹ ਗੱਲ ਆ, ਉਹਨਾਂ ਨੂੰ ਆਹ ਮਿਲਦੇ ਸੀ ਜਿਨਸਾਂ ਦੇ ਭਾਅ ਤੇ ਇਹ ਉਹਨਾਂ ਤੋਂ ਖੋਹੇ ਜਾ ਰਹੇ ਨੇ। ਉਹ ਕਹਿੰਦੇ ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਰੇ ਕਿਸੇ ਦਾ। ਸੋ ਇਹਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਤੇ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਸੀ। ਜਿਹੜਾ 26 ਤਰੀਕ ਨੂੰ ਫਲੈਸ਼ ਪੁਆਇੰਟ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਨਾ ਜਿਹੜੇ ਲੋਕ, ਵੀ ਆਰ ਜਾਂ ਪਾਰ ਦੀ ਲੜਾਈ, ਪੰਜਾਬ ਦਾ ਪ੍ਰਵਚਨ ਨਾ ਕਈ ਗੱਲਾਂ ਤੇ ਖਤਰਨਾਕ ਵੀ ਬਹੁਤ ਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨਾਂ ਨੇ ਇੱਕ ਪ੍ਰਵਚਨ ਸਿਰਜਿਆ, ਮੈਂ ਕਹਿੰਦਾ ਤੁਹਾਡੇ ਉਹਦੇ ਨਾਲ ਮਤਭੇਦ ਹੁਣ ਸਹਿਮਤੀ ਹੁਣ ਉਹ ਇੱਕ ਸਮੇਂ ਦੇ ਅਨੁਸਾਰ ਸੀ, ਪਰ ਸਿੱਖੀ ਦਾ ਬਾਬੇ ਨਾਨਕ ਫਲਸਫੇ ਦਾ ਇਹੀ ਇਕੱਲਾ ਪ੍ਰਵਚਨ ਥੋੜ੍ਹਾ। ਮਤਲਬ ਤੁਸੀਂ ਇਤਿਹਾਸ ਦੇਖ ਲਓ ਨਾ ਜੀ, ਜਿਹੜਾ ਅੱਜ ਸਾਰੇ ਲੀਡਰ ਜਿਨ੍ਹਾਂ ਨੂੰ ਇਹ ਕਾਮਰੇਡ ਕਹਿੰਦੇ ਨੇ ਉਹ ਗੁਰੂਆਂ ਦੇ ਇਤਿਹਾਸ ਤੋਂ ਗੱਲ ਸ਼ੁਰੂ ਕਰਦੇ ਨੇ। ਉੱਥੇ ਸਾਡੇ ਸਿੱਖੀ ਦਿਹਾੜੇ ਮਨਾਏ ਜਾ ਰਹੇ ਨੇ, ਅਰਦਾਸਾਂ ਹੋ ਰਹੀਆਂ ਨੇ, ਕੇਸਰੀ ਨਿਸ਼ਾਨ ਝੁੱਲ ਰਹੇ ਨੇ। ਇੱਕ ਗੱਲ ਜੀ ਚੱਕ ਕੇ ਉਹਨਾਂ ਨੂੰ ਜੀ ਨਿਸ਼ਾਨ ਸਾਹਿਬ ਨੂੰ ਐਂ ਕਹਿਤਾ ਜੀ, ਅਟੈਕ ਕੀਤਾ ਲਗਾਤਾਰ ਲੀਡਰਸ਼ਿਪ ਤੇ ਇਹਨਾਂ ਨੇ। ਸੋ ਇਸ ਕਰਕੇ ਜਿਹੜਾ ਬਾਬੇ ਨਾਨਕ ਦੇ ਫਲਸਫੇ ਦਾ ਵਰਤਾਂਤ ਆ ਉਹ ਤੋਂ ਅਸੀਂ ਮੂੰਹ ਮੋੜਿਆ ਹੋਇਆ ਪੰਜਾਬ ਨੇ, ਚਾਹੇ ਅਸੀਂ ਉਪਭੋਗੀ ਹੋ ਗਏ, ਬਸਤਾਂ 'ਚ ਹੋ ਗਏ, ਜਿਵੇਂ ਮਰਜ਼ੀ ਹੋ ਗਏ। ਉਹ ਵਰਤਾਂਤ ਤੁਸੀਂ ਮੈਨੂੰ ਇਹ ਦੱਸੋ, ਪਾਕਿਸਤਾਨ 'ਚੋਂ 4 ਗਾਣੇ ਮੈਂ ਸੁਣੇ ਨੇ ਜੀ, ਉਹ ਗੱਲ ਇੱਥੋਂ ਸ਼ੁਰੂ ਕਰਦੇ ਨੇ, ਇਹ 2 ਦੇਸ਼ ਬਣੇ ਸਾਡੇ ਦੇਸ਼ ਪੰਜਾਬ ਨੂੰ ਵੰਡ ਕੇ, ਸਾਡੇ ਦੇਸ਼ ਪੰਜਾਬ ਨੂੰ ਕਤਲ ਕਰਕੇ ਉਹਦੀ ਲਾਸ਼ ਦੇ ਉੱਤੇ 2 ਦੇਸ਼ ਬਣੇ, ਇੱਥੋਂ ਸ਼ੁਰੂ ਕਰਦੇ ਨੇ। ਫਿਰ ਉਹ ਕਹਿੰਦੇ ਨੇ ਸਾਡਾ ਜਿਹੜਾ ਪੰਜਾਬ ਆ ਉਹ ਲਾਹੌਰ ਤੋਂ ਲੈ ਕੇ ਜਮਨਾ ਨਦੀ ਤੱਕ ਆ। ਹਰਿਆਣੇ ਦੇ ਜਾਟ ਬਾਬੇ ਜਿਨ੍ਹਾਂ ਨੇ ਪੁਰਾਣੀ ਸਿਆਣਪ ਉਹਨਾਂ ਕੋਲ, ਉਹਨਾਂ ਨੂੰ ਪੁੱਛਿਆ ਕੀ ਆ, ਉਹ ਕਹਿੰਦੇ ਸਾਨੂੰ ਲੜਾਉਣ ਲਈ ਇਹਨਾਂ ਨੇ ਕੀਤਾ ਸੀ, ਅਸੀਂ ਕੀ ਅੱਡ ਹੋਏ ਆ, ਅਸੀਂ ਤਾਂ ਹਾਂ ਹੀ ਪੰਜਾਬੀ, ਸਾਡਾ ਵੱਡਾ ਭਰਾ। ਤੁਸੀਂ ਦੇਖੋ ਹਰਿਆਣੇ ਨੇ ਕਿਵੇਂ ਨਫ਼ਰਤ ਫੈਲਾਈ, ਕੋਸ਼ਿਸ਼ ਵੀ ਕੀਤੀ SYL ਦਾ ਮੁੜ, ਉਹਨਾਂ ਨੇ ਹਰਿਆਣੇ ਵਾਲੇ ਨੇ ਭਾਜਪਾ ਦੇ ਟੈਂਟ ਉਖਾੜ ਤੇ ਵੀ ਸਾਨੂੰ ਨੇ SYL ਚਾਹੀਦੀ। ਪੰਜਾਬ ਵਾਲੇ ਕਹਿਣ ਲੱਗੇ ਅਸੀਂ ਤਾਂ ਕੰਝਾਂ ਨਾਲ ਪੱਟ ਕੇ ਪਾਣੀ ਦੇ ਦਾਂਗੇ ਇਹਨਾਂ ਨੂੰ। ਮਤਲਬ ਸਾਂਝ ਜਿਹੜੀ ਉੱਭਰ ਰਹੀ ਹੈ ਨਾ ਜੀ ਪੰਜਾਬੀਅਤ ਦੀ, ਪੰਜਾਬ ਹਰਿਆਣੇ ਤੇ ਦੂਜੇ ਸੂਬਿਆਂ ਨਾਲ, ਇਹ ਸੱਤਾ ਲਈ ਮੇਰਾ ਖਿਆਲ ਵੱਡਾ ਚੈਲੰਜ ਹੋ ਸਕਦਾ। ਇੱਕ ਨੁਕਤਾ ਤੁਸੀਂ ਚੁੱਕਿਆ ਸੀਗਾ ਕਿ ਨੌਜਵਾਨਾਂ ਨੇ 84 ਨਹੀਂ ਦੇਖਿਆ, ਨੌਜਵਾਨਾਂ ਨੇ ਹੋਰ ਬਹੁਤ ਕੁਝ ਵਾਪਰਿਆ ਉਹ ਨਹੀਂ ਦੇਖਿਆ, ਇਸ ਕਰਕੇ ਇੱਕ ਤਤਪਰਤਾ, ਉਤਸੁਕਤਾ ਕਹਿ ਲਓ ਜਾਂ ਥੋੜ੍ਹਾ ਜਿਹਾ ਹੜਬੜਾਹਟ ਕਹਿ ਲਓ ਜਾਂ ਖੂਨ ਦੇ ਵਿੱਚ ਗਰਮੀ ਕਹਿ ਲਓ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦਾ ਕਾਰਨ ਬਣਦੀਆਂ। ਪਰ ਜਦੋਂ ਨੌਜਵਾਨੀ ਦੀ ਗੱਲ ਕਰਦਾ ਤੇ ਮੈਨੂੰ ਤਾਂ ਨੌਜਵਾਨ ਉਹ 2 ਮਹੀਨਿਆਂ ਤੋਂ ਜਿਹੜੇ ਉੱਥੇ ਬਾਰਡਰ ਦੇ ਉੱਤੇ ਬੈਠੇ ਆ ਉਹ ਵੀ ਨਜ਼ਰ ਆਉਂਦੇ, ਜਿਹੜੇ ਰਾਤ ਦਿਨ ਉੱਥੇ ਲੱਗੇ ਹੋਏ ਆ, ਕੋਈ ਪਹਿਰੇਦਾਰੀ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ, ਸ਼ਾਂਤ ਬੈਠੇ ਨੇ, ਉਹ ਵੀ ਨੌਜਵਾਨ ਨੇ। ਤੇ ਉਹਨਾਂ ਨੌਜਵਾਨਾਂ ਦੇ ਵਿੱਚ ਤੇ ਇਹਨਾਂ ਨੌਜਵਾਨਾਂ ਦੇ ਵਿੱਚ ਕੀ ਫਰਕ ਹੈ? ਉਹ ਫਰਕ ਇਹ ਆ ਜੀ, ਉਹ ਜਿਹੜੇ ਨੌਜਵਾਨ ਨੇ ਨਾ ਉਹਨਾਂ ਨੇ ਕਿਸਾਨੀ ਅੰਦੋਲਨ ਦਾ ਪ੍ਰਵਚਨ ਆ ਜਿਹੜਾ ਉਹਨੂੰ ਆਤਮਸਾਤ ਕਰ ਲਿਆ। ਸਾਡੀ ਨੌਜਵਾਨੀ ਦਾ ਦਿਖਾਂਤ ਕੀ ਹੈ, ਮੈਂ ਸਕੂਲ ਮਾਸਟਰ ਰਿਹਾ ਜੀ, ਰਿਟਾਇਰ ਹੋਇਆ। ਜਾਣਕਾਰੀ ਹੋਰ ਚੀਜ਼ ਹੁੰਦੀ ਆ, ਨੌਲੇਜ ਹੋਰ ਚੀਜ਼ ਹੁੰਦੀ ਆ। ਸਾਡੇ ਨੌਜਵਾਨਾਂ ਕੋਲੇ ਜਾਣਕਾਰੀ ਤਾਂ ਹੈ, ਇਨਫੋਰਮੇਸ਼ਨ, ਨੌਲੇਜ ਨਹੀਂ ਹੈ, ਜਿਹਦੇ ਕਰਕੇ ਜੋ ਇਨਫੋਰਮੇਸ਼ਨ ਉਹਨਾਂ ਨੂੰ ਧੱਕੀ ਜਾਂਦੇ ਨੇ, ਉਹਨਾਂ ਨੂੰ ਐਂ ਲੱਗੀ ਜਾਂਦਾ ਇਹੀ ਸੱਚ ਆ। ਜਾਣਕਾਰੀ ਨੂੰ ਦਾ ਨਿਚੋੜ ਕੱਢ ਕੇ ਇੱਕ ਅਕਲ ਬਣਦੀ ਆ, ਉਹ ਇਤਿਹਾਸ ਤੋਂ ਵੀ ਬਣਦੀ ਆ, ਉਹ ਮਤਲਬ ਤੁਹਾਡੀ ਅੰਡਰਸਟੈਂਡਿੰਗ ਤੋਂ ਵੀ ਬਣਦੀ ਆ। ਮੈਨੂੰ ਅੱਜ ਕਿੰਨੇ ਬੰਦਿਆਂ ਦੇ ਫੋਨ ਆਏ ਨੇ ਵੀ ਅਸੀਂ ਤੁਹਾਡੇ ਬਹੁਤ ਖਿਲਾਫ ਸੀ ਜੀ, ਜਦੋਂ ਤੁਸੀਂ ਦੀਪ ਸਿੱਧੂ ਤੇ ਟਿੱਪਣੀ ਕਰਦੇ ਸੀ, ਲੱਖੇ ਤੇ ਕਰਦੇ ਸੀ, ਅਜਮੇਰ ਉਹਨਾਂ ਤੇ ਕਰਦੇ ਸੀ, ਸਾਨੂੰ ਇਹ ਸੀ ਵੀ ਇਹ 'ਚ ਪੁਰਾਣੀ ਕਾਮਰੇਡੀ ਜਾਗ ਪਈ। ਕਹਿੰਦੇ ਸਾਨੂੰ ਤਾਂ ਚਾਨਣ ਹੋ ਗਿਆ। ਮੈਨੂੰ ਨੰਬਰ ਲਿਖਾਏ ਨੇ ਉਹਨਾਂ ਨੇ, ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਿਣਾ ਚਾਹੁੰਦੇ, ਅਸੀਂ ਤਾਂ ਸੋਚੀ ਨਹੀਂ ਸੀ ਵੀ ਯਾਰ ਇਹ ਬਣੂ ਕੀ। ਸੋ ਇਹ ਇਸ ਕਰਕੇ ਜਿਹੜਾ ਨੌਜਵਾਨ ਆ ਨਾ ਜੀ, ਉਹਨੂੰ ਸਿੱਖਣ ਦੀ ਲੋੜ ਆ। ਦੂਜੇ ਪਾਸੇ ਤੁਸੀਂ ਦੇਖ ਲਓ ਜੀ, ਗਾਇਕ ਨੇ, ਤੁਸੀਂ ਦੇਖੋ ਉਹ ਕੀ ਵਰਤਾਂਤ ਸਿਰਜ ਰਹੇ ਨੇ। ਮੈਂ ਕਹਿੰਦਾ ਕਮਰ ਗਰੇਵਾਲ ਆ ਜੀ, ਪਹਿਲੀ ਗੱਲ ਤਾਂ ਉਹਨਾਂ ਦਾ ਗਾਣਾ ਹੀ ਸੀ ਜਿਹੜਾ ਪੇਚਾ ਪੈ ਗਿਆ ਸੈਂਟਰ ਨਾਲ, ਕੋਈ ਛੋਟੀ ਗੱਲ ਨਹੀਂ। ਦੂਜਾ ਉਹ ਕੀ ਕਹਿੰਦੇ ਨੇ, ਨੀ ਜਵਾਨੀਏ ਰੱਖੀ ਬੇਬੇ ਬਾਪੂ ਦਾ ਖਿਆਲ। ਤੀਜਾ ਗੀਤ ਕੀ ਆ, ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਏ ਜੰਗਾਂ ਨੂੰ। ਚੌਥਾ ਗੀਤ ਕੀ ਆ, ਸਾਡੇ ਲਈ ਕਿਲਾ ਬਣ ਗਈਆਂ ਸੜਕਾਂ ਓਏ ਪਾਤਸ਼ਾਹ। ਇਹਨੂੰ ਤੁਸੀਂ ਕਾਮਰੇਡੀ ਪ੍ਰਵਚਨ ਕਹੋਗੇ? ਤੁਸੀਂ ਜਿਹੜੇ ਨੌਜਵਾਨਾਂ ਨੂੰ ਉਭਾਰਨ ਤੇ ਕੰਟਰੋਲ ਕਰਨ 'ਚ ਬਹੁਤ ਵੱਡਾ ਰੋਲ ਰਿਹਾ, ਪਰ ਉਹ ਪਿੱਛੇ ਨੇ, ਉਹ ਚੱਕਰ 'ਚ ਨਹੀਂ ਪੈਂਦੇ। ਇੱਕ ਧਿਰਾ ਜਿਹੜੀ ਉਹ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਬਸ ਜੀ ਇਹਨਾਂ ਕਰਕੇ ਹੋਇਆ ਸਾਰਾ ਕੁਝ, ਬਸ ਜੀ ਇਹਨਾਂ ਕਰਕੇ ਹੋਇਆ ਸਾਰਾ ਕੁਝ। ਪੰਜਾਬ ਦੇ ਲੋਕ ਗਏ ਨੇ, ਬਜ਼ੁਰਗ ਗਏ ਨੇ, ਉਹ ਲੀਡਰਸ਼ਿਪ ਤੇ ਵਿਸ਼ਵਾਸ ਕਰਕੇ ਗਏ ਨੇ, ਉਹਨਾਂ ਦੇ ਬੱਚੇ ਦੇ ਇੱਥੇ ਗਏ ਨੇ, ਉਹਨਾਂ ਨੂੰ ਪਤਾ। ਤੁਸੀਂ ਦੇਖੋ ਕੱਲ੍ਹ ਦੀ ਘਟਨਾ ਹੋਈ, ਹੜਬੜੀ ਮੱਚ ਗਈ ਨਾ ਕਿਹੜਾ ਸਾਰੇ ਪੰਜਾਬ 'ਚ, ਵੀ ਗੋਲੀ ਚੱਲ ਗਈ, ਆਹ ਕੀ ਹੋ ਗਿਆ, ਨੈੱਟ ਬੰਦ ਕਰਤਾ। ਅੱਜ ਉਹੀ ਅੰਦੋਲਨ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਜੰਮਿਆ ਹੋਇਆ। ਤੁਸੀਂ ਲੀਡਰਾਂ ਦੇ ਤਕਰੀਰਾਂ ਸੁਣੋ, ਤੁਸੀਂ ਇਕੱਠ ਦੇਖੋ। ਸਾਡੇ ਮੇਰਾ ਭਰਾ ਉਹ ਟਿੱਕਰੀ ਬਾਰਡਰ 'ਚ ਬੈਠਾ, ਸਾਡੇ ਰਿਸ਼ਤੇਦਾਰ ਸੰਭੂ ਬਾਰਡਰ 'ਚ ਬੈਠੇ ਆ, ਉਹਨਾਂ ਦੇ ਫੋਨ ਆਏ, ਕਹਿੰਦੇ ਜੀ ਕੱਲ੍ਹ ਤਾਂ ਹੜਬੜੀ ਜੀ ਮੱਚ ਗਈ ਸੀ ਵੀ ਆਹ ਕੀ ਹੋ ਗਿਆ। ਪਰ ਲੋਕਾਂ ਨੂੰ ਹੁਣ ਲੱਗਦਾ ਵੀ ਮੋਰਚਾ ਹੁਣ ਚੱਲੂ,
ਮਤਲਬ ਜਿਹੜੇ ਖੌਰੂ ਪਾਊ ਜੰਤਰ ਨੇ ਨਾ ਉਹ ਬੇਨਕਾਬ ਹੋ ਗਏ। ਹੁਣ ਇੱਕ ਸਾਰ ਤਾਂ ਮੁੜ ਕੇ ਹੋਣੀ ਆ। ਹੁਣ ਦੂਜੇ ਬਿਲਕੁਲ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਪਿੰਡਾਂ ਦੀ ਭਾਸ਼ਾ ਦੇ ਵਿੱਚ ਗੱਲ ਕਰ ਲਈਏ ਤੇ ਗੁੜ ਕੱਢੀ ਦਾ ਨਾ ਤੇ ਪੱਤ ਜਦੋਂ ਨਿਕਲਦੀ ਆ ਉਹਦੇ ਵਿੱਚੋਂ ਮੈਲ ਉੱਭਰ ਕੇ ਆਉਂਦੀ ਆ ਵਾਰ-ਵਾਰ ਜਦੋਂ ਉਬਾਲਾ ਖਾਂਦਾ ਨਾ ਉਹ ਜਿੱਦਾਂ ਨਿਕਲੀ ਜਾਂਦੀ ਉਦਾਂ ਨਿਖਾਰ ਆਉਂਦਾ ਜਾਂਦਾ। ਤੇ ਹੁਣ ਇਹ ਵੀ ਮੰਨ ਕੇ ਚੱਲ ਸਕਦੇ ਕਿ ਉੱਥੇ ਨਿਖਾਰ ਵਾਲੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਠਹਿਰਾ ਆ ਉਹ ਬੈਠੇ। ਇੱਕ ਤੁਸੀਂ ਵਾਰ-ਵਾਰ ਜ਼ਿਕਰ ਕਰਦੇ ਹੋ ਨਾਮ ਲੈਂਦੇ ਹੋ ਅਜਮੇਰ ਸਿੰਘ ਹੋਰਾਂ ਦਾ, ਬੜੇ ਚਿਰ ਤੋਂ ਔਰ ਬੜੇ ਤਿੱਖੇ ਤਰੀਕੇ ਨਾਲ ਆਲੋਚਕ ਰਹੇ ਹੋ। ਕਾਰਨ ਕੀ ਹੈ, ਸਬੱਬ ਕੀ ਹੈ? ਨਾਲ ਦੀ ਨਾਲ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜਾ ਸਿੱਧੂ ਆ ਉਹ ਉਹਨਾਂ ਦੇ ਕੋਲੋਂ ਹੀ ਪ੍ਰਭਾਵਿਤ ਹੈ ਜ਼ਿਆਦਾ ਤੇ ਉਹੀ ਅੱਗੇ ਚਲਾਉਂਦੇ ਪਏ ਸਾਰੀਆਂ ਚੀਜ਼ਾਂ। ਮੈਂ ਤੇ ਅਜਮੇਰ ਸਿੰਘ ਨੇ 30 ਸਾਲ ਇਕੱਠੇ ਨੇ ਕੰਮ ਕੀਤਾ। ਅਜਮੇਰ ਸਿੰਘ ਮੇਰਾ ਆਗੂ ਰਿਹਾ। ਸਾਡਾ ਪੈਗਾਮ ਗਰੁੱਪ ਸੀ, ਉਹਦਾ ਜਨਤਕ ਲੀਡਰ ਮੈਂ ਸੀ, ਸੰਪਾਦਕ ਸੀ, ਇਹ ਅੰਡਰਗਰਾਉਂਡ ਸੀ ਉਹਨਾਂ ਵੇਲਿਆਂ ਦੇ ਵਿੱਚ। ਉਹ ਗਰੁੱਪ ਦੇ ਮੌਕੇ ਵੀ ਅਸੀਂ ਦੇਖਿਆ ਸਾਡੇ ਬਹੁਤ ਤਿੱਖੇ ਮਤਭੇਦ ਸੀ। ਖਾੜਕੂਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਜਾਂ ਨਹੀਂ, ਇਹ ਬਾਈਕਾਟ ਕਰਾਉਣ ਵਾਲਾ ਸੀ। ਅਸੀਂ ਕਹਿੰਦੇ ਸੀ ਚੋਣ ਲੜਨੀ ਚਾਹੀਦੀ ਹੈ, ਸਿਆਸੀ ਫਰੰਟ ਬਣਾਉਣਾ ਚਾਹੀਦਾ। ਹਰਮੰਦਰ ਸੰਧੂ ਦੇ ਕਤਲ ਤੇ ਜੈ ਜੈਕਾਰ ਕਰਦਾ ਸੀ। ਅਸੀਂ ਕਹਿੰਦੇ ਸੀ ਇਹ ਵਿਚਾਰਾਂ ਦੀ ਲੜਾਈ ਹਥਿਆਰਾਂ 'ਚ ਬਦਲ ਰਹੀ ਹੈ, ਬਹੁਤ ਮਾੜੀ ਹੈ। ਮੈਂ ਇਸ ਗਰੁੱਪ ਨੂੰ ਛੱਡ ਗਿਆ ਸੀ। ਇਹ ਖਾਲਿਸਤਾਨ 'ਚ ਜਾ ਬੜੇ ਸਿੱਧੇ ਇਹ ਉਹ ਗਰੁੱਪ ਭੰਗ ਹੋ ਗਿਆ। ਉਦੋਂ ਤੋਂ ਮੈਂ ਲਗਾਤਾਰ ਇਹਨੂੰ ਵਾਚ ਕਰ ਰਿਹਾ ਕਿਉਂਕਿ ਜਦੋਂ ਇਕੱਠੇ ਰਹੇ ਹੋ ਨਾ ਜੀ ਤੁਹਾਨੂੰ ਰਮਜਾਂ ਦਾ ਬਹੁਤ ਪਤਾ ਲੱਗਦਾ। ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਪ੍ਰੋਫੈਸਰ ਮਨਜੀਤ ਸਿੰਘ ਨੇ ਏਕਤਾ ਵਾਲੀ ਗੱਲ ਚੱਲੀ ਆ, ਉਦੋਂ ਮੈਂ ਟੌੜਾ ਸਾਹਿਬ ਦੇ ਨਾਲ ਸੀ, ਇਹ ਬਾਦਲ ਸਾਹਿਬ ਨਾਲ ਸੀ। ਇਹ ਅਜੀਤ 'ਚ ਲੇਖ ਲਿਖਦਾ ਹੁੰਦਾ ਸੀ ਅਕਾਲ ਤਖਤ ਨੂੰ ਸੱਦਣ ਦੀ ਹੱਕੇ ਨਹੀਂ ਹੋ ਗਿਆ ਉਹਨੂੰ ਇਹ ਕਰਨ ਦਾ। ਫਿਰ ਆਮ ਆਦਮੀ ਪਾਰਟੀ ਦਾ ਵਰਤਾਰਾ ਆਇਆ, ਇਹ ਕਹਿੰਦਾ ਇਨਕਲਾਬ ਆ ਰਿਹਾ ਪੰਜਾਬ 'ਚ, ਪੰਜਾਬ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੇ ਜਿਹੜੀਆਂ ਮੁੜ ਬਹਾਲ ਕਰੂ ਕੇਜਰੀਵਾਲ। ਮੈਂ ਕਹਿੰਦਾ ਸੀ ਇਹ ਦਿੱਲੀ ਦਾ ਧਾੜ ਵੀ ਗਏਗਾ, ਇਹਨੇ ਲੁੱਟ ਕੇ ਲੈ ਜਾਣਾ ਪੰਜਾਬ। ਅੰਦੋਲਨ ਬਾਰੇ ਵੀ ਇਹਦੀਆਂ ਟਿੱਪਣੀਆਂ ਹੋਰ ਸੀ, ਮੇਰੀਆਂ ਹੋਰ ਸੀ। ਇਸ ਕਰਕੇ ਜਦੋਂ ਇਹ ਕੋਈ ਸ਼ਬਦ ਬੋਲਦਾ ਨਾ ਮੈਂ ਇਹਦੀ ਰਮਜ ਸਮਝਦਾ। ਉਹ ਮੈਂ ਜਿਵੇਂ ਹੁਣ ਇਹਨੇ ਕਿਹਾ ਫੈਡਰਲ ਢਾਂਚੇ ਦੀ ਲੜਾਈ ਅੱਜ ਦੇ ਸਮੇਂ ਦੀ ਲੋੜ ਆ, ਪਰ ਸਿੱਖਾਂ ਦਾ ਇਹਦੇ ਬਿਨਾਂ ਸਰਨਾ ਨਹੀਂ। ਆਮ ਬੰਦਾ ਨਹੀਂ ਸਮਝਦਾ ਵੀ ਇਹ ਗੱਲ ਕੀ ਕਰ ਰਿਹਾ, ਇਹ ਕਿੱਥੋਂ ਛਾਲ ਮਾਰ ਕੇ ਕਿੱਥੇ ਆ ਰਿਹਾ ਤੇ ਕੀ ਕਰ ਰਿਹਾ। ਸੋ ਮੇਰੇ ਕੋਈ ਨਿੱਜੀ ਨੇ ਵਿਰੋਧ ਦੇ ਨਾਲ, ਨਿੱਜੀ ਤੌਰ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਉਹਦੇ ਵਿਚਾਰਕ ਤੌਰ ਤੇ ਜਦੋਂ ਕੋਈ ਪੈਂਤੜਾ ਬਣਦਾ ਮੈਨੂੰ ਪਤਾ ਹੁੰਦਾ ਵੀ ਇਹ ਜਿਹੜਾ ਪੈਂਤੜਾ ਬਣ ਰਿਹਾ ਇੱਕ ਸਿਆਸੀ ਤੌਰ ਤੇ ਕਿਵੇਂ ਗਲਤ ਆ। ਠੀਕ ਆ, ਫਿਲਾਸਫੀ ਦੇ ਤੌਰ ਮੇਰੇ ਨਾਲੋਂ ਵੱਡੇ ਵਿਦਵਾਨ ਨੇ ਜੀ, ਪੜ੍ਹਾਈ ਬਹੁਤ ਆ, ਕਿਤਾਬਾਂ ਬਹੁਤ ਲਿਖੀਆਂ ਨੇ, ਪਰ ਮੈਨੂੰ ਇਹ ਪਤਾ ਪਹਿਲੀ ਕਿਤਾਬ ਦੇ ਦੂਜੀ ਖਿਲਾਫ ਆ, ਦੂਜੀ ਦੇ ਖਿਲਾਫ ਤੀਜੀ ਆ, ਤੀਜੀ ਦੇ ਖਿਲਾਫ ਚੌਥੀ ਆ। ਨਹੀਂ ਲੋਕਾਂ ਨੂੰ ਪਤਾ ਲੱਗਦਾ ਇਸ ਗੱਲ ਦਾ। ਇਸ ਕਰਕੇ ਮੈਂ ਟਿੱਪਣੀ ਕਰ ਦਿੰਦਾ ਵੀ ਭਾਈ ਆ ਗੱਲਾਂ ਨੇ ਇਹਨਾਂ ਦੀਆਂ ਕੀ ਬਣੀਆਂ। ਸੋ ਅਜਮੇਰ ਸਿੰਘ ਆ, ਇਹਦੇ ਗਾਹਾਂ ਲਿੰਕ ਨੇ USA ਦੇ ਵਿੱਚ ਇੱਕ ਧਿਰਾ ਪਿਰਤਪਾਲ ਸਿੰਘ ਜਿਹੜੇ ਦਾ ਅੰਮ੍ਰਿਤਸਰ ਟਾਈਮਜ਼ ਕੱਢਦੇ ਨੇ, ਜਿਹਦਾ ਜਸਜੀਤ ਸਿੰਘ ਚੇਲਾ ਡਾਇਰੈਕਟਰ ਆ, ਜਿਨ੍ਹਾਂ ਨੇ ਮੋਰਚਾ ਅਖਬਾਰ ਕੱਢਿਆ। ਦਲਜੀਤ ਸਿੰਘ ਸਰਾਂ ਝੱਬਰ ਵਾਲੇ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਨੇ ਉਹਦਾ ਸੰਪਾਦਕ ਰਹੇ ਨੇ। ਇਹਨਾਂ ਦੀ ਤੰਦ ਜੁੜਦੀ ਆ ਆਪਸ ਦੇ ਵਿੱਚ। ਇੱਕ ਅਮਰਜੀਤ ਸਿੰਘ ਖਾਲਿਸਤਾਨੀ ਆ, ਖਾਲਿਸਤਾਨ ਨਾਲ ਮੈਂ ਸਹਿਮਤ ਨਹੀਂ, ਪਰ ਜੇ ਮੈਂ ਇਸ ਗੱਲ ਲਈ ਹਮੇਸ਼ਾ ਬੋਲਦਾ ਵੀ ਖਾਲਿਸਤਾਨ ਮੰਗਣ ਦਾ ਵੀ ਹੱਕ ਆ। ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੋਇਆ ਖਾਲਿਸਤਾਨ ਮੰਗਣਾ ਕੋਈ ਜੁਰਮ ਨਹੀਂ। ਪੁਰਅਮਨ ਤਰੀਕੇ ਨਾਲ ਪ੍ਰਚਾਰ ਕਰ ਉਹਨਾਂ ਤੇ ਜਦੋਂ ਵੀ ਸਰਕਾਰ ਹਮਲਾ ਕਰਦੀ ਹੈ ਮੈਂ ਲਗਾਤਾਰ ਉਹਦੇ ਖਿਲਾਫ ਬੋਲਦਾ। ਜਦੋਂ ਆ ਪੰਨੂ ਉਹਨਾਂ ਤੇ ਬੈਨ ਲਾਇਆ ਮੈਂ ਉਹਦੇ ਖਿਲਾਫ ਲਾਇਆ ਵੀ ਤੁਸੀਂ ਗੈਰ ਕਾਨੂੰਨੀ ਤੌਰ ਤੇ ਇਹਨਾਂ ਨੂੰ ਧੱਕ ਰਹੇ ਹੋ। ਤੁਸੀਂ ਇੱਕ ਛੱਡਤਾ, ਪੁਰਾਣੀਆਂ ਲਿਸਟਾਂ ਖਤਮ ਕਰਕੇ ਇੱਕ ਨਵੀਂ ਲਿਸਟ ਬਣਾਉਣੀ ਸ਼ੁਰੂ ਕਰਤੀ SFJ ਦੀ, ਤੇ ਉਹਦੇ ਨਾਲ ਪੰਜਾਬ 'ਚ ਕਿੰਨੇ ਮੁੰਡੇ ਫੜ ਕੇ ਜੀ ਇਹਨਾਂ ਨੇ ਅੰਦਰ ਕਰਤੇ। ਤੇ ਇਕੱਲੀ ਗੱਲ ਮੇਰੀ ਨਹੀਂ, ਇਹ ਜਿਹੜੀ ਧਿਰਾ ਨਾ ਜੀ, ਹੁਣ ਅਮਰਜੀਤ ਸਿੰਘ ਖਾਲਿਸਤਾਨੀ ਨੇ ਸੱਦਾ ਦਿੱਤਾ ਵੀ ਘੁਸ ਜਾਓ ਦਿੱਲੀ ਦੀਆਂ ਗਲੀਆਂ 'ਚ, ਕਬਜ਼ਾ ਕਰ ਲਓ। ਹੁਣ ਸਾਨੂੰ ਤਾਂ ਦਿਸ ਰਿਹਾ ਸੀ ਉਹ ਕਿੱਥੇ ਦਿੱਲੀ ਦੇ ਲੋਕ ਫੁੱਲ ਨਹੀਂ ਖੜੇ ਨੇ। ਇਹਨਾਂ ਨੂੰ ਇੰਨੀ ਅਕਲ ਨਹੀਂ ਵੀ ਅਸੀਂ ਲੋਕਾਂ ਦਾ ਨੱਕ 'ਚ ਦਮ ਨਹੀਂ ਕਰਨਾ, ਹੁਕੂਮਤ ਦਾ ਨੱਕ 'ਚ ਦਮ ਕਰਨਾ। ਜੇ ਲੋਕਾਂ ਦਾ ਨੱਕ 'ਚ ਦਮ ਕਰੋਗੇ ਨਾ ਜੀ ਤੇ ਫਿਰ ਲੋਕ ਹੁਕੂਮਤ ਨਾਲ ਖੜ ਜਾਂਦੇ ਨੇ। ਮੈਂ ਜਸਵੀਰ ਜੀ, ਮੈਂ ਉਹ ਵੇਲੇ ਦੇਖੇ ਨੇ ਜਦੋਂ ਢਿੱਲਵਾਂ ਕਾਂਡ ਹੋਇਆ, ਹਿੰਦੂ ਕੱਢ ਕੇ ਮਾਰੇ ਨੇ, ਦਰਬਾਰਾ ਸਿੰਘ ਸਰਕਾਰ ਟੁੱਟੀ ਆ। ਮੈਂ ਉਦੋਂ ਵੀ ਸੁਣੀਆਂ ਨੇ ਗੱਲਾਂ ਵੀ ਇਹ ਤਾਂ ਮੋਰਚੇ ਦੇ ਸ਼ਹੀਦ ਨੇ, ਜਿਹੜੇ ਕਹਿੰਦੇ ਦਿੱਲੀ ਦੀ ਚੀਖ ਕਿਵੇਂ ਨਿਕਲਦੀ ਆ। ਹੁਣ ਕੇਸਰੀ ਝੰਡਾ ਚਲਾਤਾ ਨਾ, ਕੰਮ ਕਰ ਲਿਆ ਫਤਿਹ। ਬਸ ਉਹਨਾਂ ਦਾ, ਕਿਉਂਕਿ ਉਹਨਾਂ ਦਾ ਅੰਦੋਲਨ ਨਾਲ, ਮੰਗਾਂ ਨਾਲ, ਇਹਦੇ ਨਾਲ ਕੋਈ ਵਾਲਾ ਤਲਕ ਨਹੀਂ। ਉਹ ਤਾਂ ਇਹਨੂੰ ਇੱਕ ਪੈੜੇ ਵਜੋਂ ਵਰਤ ਰਹੀਆਂ ਨੇ। ਜਿਹੜਾ ਖਾਲਿਸਤਾਨ ਦਾ ਪ੍ਰਵਚਨ ਆ, ਜਿਹੜਾ ਚੈਲੰਜ ਹੋ ਗਿਆ ਹੁਣ ਪ੍ਰੈਕਟੀਕਲੀ, ਪਹਿਲਾਂ ਵੀ ਚੈਲੰਜ ਸੀ, ਹੁਣ ਪ੍ਰੈਕਟੀਕਲੀ ਚੈਲੰਜ ਹੋ ਗਿਆ। ਉਹ ਜਿਵੇਂ ਬੁੱਝ ਰਿਹਾ ਦੀਵੇ ਦੀ ਫੜਫੜਾਹਟ ਹੁੰਦੀ ਆ ਨਾ ਜੀ, ਇਹ ਫੜਫੜਾਹਟਾਂ ਨੇ। ਸੋ ਇਸ ਕਰਕੇ ਇਹ ਜਿਹੜਾ ਸਾਰੀ ਇਹਨਾਂ ਦੀ ਕੜੀ ਬਣੀ ਹੋਈ ਆ, ਇਹਨਾਂ ਨੇ ਮਿੱਥ ਕੇ ਸਾਰਾ ਕੰਮ ਸ਼ੰਭੂ ਬਾਰਡਰ 'ਚ ਤੁਸੀਂ ਦੇਖ ਲਓ ਜੀ, ਅਜਮੇਰ ਸਿੰਘ ਚਲਿਆ ਗਿਆ, ਅਜੇਪਾਲ ਸਿੰਘ ਚਲਿਆ ਗਿਆ, ਤੇ ਬਾਕੀ ਫੌਜਾਂ ਜਿਨ੍ਹਾਂ ਦਾ ਪੁੱਠਾ ਸਿੱਧਾ ਸੰਬੰਧ ਖਾਲਿਸਤਾਨੀਆਂ ਨਾਲ ਜੁੜਦਾ, ਨਿੱਕੇ ਨਕਾਰੇ ਨੇ ਜਿਹੜੇ ਹੋਰ ਤਰ੍ਹਾਂ ਦੇ ਨੇ, ਉਹ ਫੌਜਾਂ ਇਕੱਠੀਆਂ ਹੋ ਗਈਆਂ। ਆਖਰ ਦੇ ਵਿੱਚ ਉੱਥੇ 80 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਸੀ। ਮੁੜ ਕੇ ਜਦੋਂ ਦਿੱਲੀ ਕੂਚ ਵਾਲਾ ਹੋਇਆ, ਸਭ ਤੋਂ ਪਹਿਲਾਂ ਇਹ ਪਾਰ ਕੀਤਾ ਗੱਡੀ ਦੇ ਵਿੱਚ ਦੀਪ ਸਿੱਧੂ, ਫਿਰ ਇਹਨੂੰ ਹੀਰੋ ਬਣਾਇਆ ਜਾ ਰਿਹਾ। ਸੋ ਇਹ ਪ੍ਰਚਾਰ ਆ ਜਿਹੜਾ ਬਾਹਲੇ ਨੂੰ ਪਤਾ ਹੀ ਨਹੀਂ
ਵਾਲਿਆਂ ਨੂੰ ਆਈਆਂ, ਹਾਂ ਠੀਕ ਆ ਯਾਰ, ਨੌਜਵਾਨੀ ਤਾਂ ਲੱਖੇ ਤੇ ਇਹਦੇ ਕਰਕੇ ਆਈ ਆ। ਮੈਂ ਇੱਕ ਪੋਸਟ ਪਾਈ, ਫਿਰ ਗਾਇਕਾਂ ਦਾ ਕੀ ਰੋਲ ਆ? ਉਹੀ ਮੁੰਡੇ ਕਹਿੰਦੇ ਹਾਂ ਜੀ ਗਾਇਕਾਂ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ। ਤੁਸੀਂ ਇਨਫੋਰਮੇਸ਼ਨ ਕਹੀ ਦਿੰਦੇ ਹੋ, ਉਹ ਅਹਿਮ ਹੁੰਦੀ ਹੈ, ਤੇ ਤੁਸੀਂ ਰਿਸੀਵ ਕਿਵੇਂ ਕਰਦੇ ਹੋ? ਇਹ ਮੈਂ ਇੱਥੇ ਨੁਕਤੇ ਤੇ ਗੱਲ ਕਰਨੀ ਚਾਹੁੰਦਾ, ਕਿਉਂਕਿ ਗੱਲ ਬਹੁਤ ਦੂਰ ਜਾਂਦੀ ਹੈ। ਕਿਉਂਕਿ ਜਿਹੜੀਆਂ ਰੂਟਸ ਹੁੰਦੀਆਂ ਨੇ, ਜਿਹੜੀਆਂ ਜੜ੍ਹਾਂ ਹੁੰਦੀਆਂ ਨੇ, ਇੱਕ ਤਾਂ ਨਜ਼ਰ ਹੁੰਦੀ ਹੈ, ਇੱਕ ਨਜ਼ਰੀਆ ਹੁੰਦਾ। ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਤੇ ਨੌਲੇਜ ਦੇ ਵਿੱਚ ਫਰਕ ਮਹੀਨ ਜਿਹਾ ਹੁੰਦਾ, ਪਰ ਉਹਦੇ ਮਾਇਨੇ ਬੜੇ ਵੱਡੇ ਹੁੰਦੇ ਆ। ਇਸੇ ਤਰੀਕੇ ਨਾਲ ਜੇ ਗੱਲ ਕਰ ਲਈਏ ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਪਰ ਫਿਰ ਦੁਬਾਰਾ ਆਪਾਂ ਉੱਥੇ ਹੀ ਆਉਣਾ, ਨੁਕਤੇ ਦੇ ਉੱਤੇ ਗੱਲ ਲੈ ਕੇ ਆਉਣੀ ਆ। ਤੁਸੀਂ ਕਿਹਾ ਕਿ ਇੱਕ ਵਿਉਂਤਬੱਧ ਤਰੀਕੇ ਨਾਲ ਜੋ ਕੁਝ ਕੀਤਾ ਗਿਆ, ਉਹਨਾਂ ਦੇ ਆਪਣੇ ਵੱਖਰੇ ਮਨਸੂਬੇ ਸੀ, ਉਹਨਾਂ ਮਨਸੂਬਿਆਂ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਉਹਨਾਂ ਦੇ ਮਨਸੂਬੇ ਕੀ ਸੀ, ਉਹਨਾਂ ਨੇ ਉਹ ਕੀਤਾ, ਮਨਸੂਬੇ ਕਿੰਨੇ ਕੁ ਪੂਰੇ ਹੋਏ, ਕਿੰਨੇ ਨਹੀਂ ਪੂਰੇ ਹੋਏ। ਤੁਸੀਂ ਕਹਿੰਦੇ ਕਿ ਦੁਬਾਰਾ ਫਿਰ ਜੰਮ ਗਿਆ ਆ ਅੰਦੋਲਨ, ਦੁੱਗਣਾ ਜੋਸ਼ ਨਜ਼ਰ ਆਉਣਾ ਸ਼ੁਰੂ ਹੋ ਗਿਆ, ਨਿਖਰ ਗਿਆ ਆ, ਇਹਦੇ ਵਿੱਚ ਹੰਗਾਲਿਆ ਗਿਆ ਇੱਕ ਤਰੀਕੇ ਨਾਲ, ਸਿੱਧੇ ਤੌਰ ਤੇ ਕਹਿ ਲਈਏ ਨਿਖਰ ਗਿਆ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਸਾਨ 6 ਆਗੂ ਜਿਹੜੇ ਨੇ, ਉਹਨਾਂ ਦੇ ਉੱਤੇ ਦਿੱਲੀ ਪੁਲਿਸ ਕਾਰਵਾਈ ਆਰੰਭ ਰਹੀ ਹੈ, ਪਰਚੇ ਦਰਜ ਕੀਤੇ ਜਾ ਰਹੇ ਨੇ, ਤੇ ਫਿਰ ਲੱਗਦਾ ਨਹੀਂ ਕਿ ਉਹ ਕੀਤਾ ਕਰਾਇਆ ਜਿਹੜਾ ਉਹ ਹੁਣ ਇਹਨਾਂ ਦੇ ਅੱਗੇ ਆ ਰਿਹਾ ਹੈ। ਤੁਸੀਂ ਜਿਹੜਾ ਆਲ ਇੰਡੀਆ ਨਿਊਜ਼ਪੇਪਰ ਨੇ, ਅੱਜ ਉਹਨਾਂ ਦੇ ਐਨਾਲਿਸਿਸ ਪੜ੍ਹੋ। ਉਹ ਇੱਕ ਨੇ ਇਹ ਲਿਖਿਆ ਵੀ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਤੇ ਕਿਸੇ ਤੇ ਕੇਸ ਦਰਜ ਨਹੀਂ ਹੋਣਾ। ਤੁਸੀਂ ਦੇਖਿਆ ਨਾ ਦੀਪ ਸਿੱਧੂ ਕਿਵੇਂ ਭੱਜਦਾ ਉੱਥੋਂ, ਟਰੈਕਟਰ ਤੋਂ ਕਿਵੇਂ ਭੱਜਦਾ, ਫਿਰ ਲੋਕ ਉਹਦੇ ਮਗਰ ਪੈਂਦੇ ਨੇ, ਗਾਲਾਂ ਕੱਢਦੇ ਨੇ। ਮੋਟਰਸਾਈਕਲ ਉਹਨੂੰ ਮੁਹੱਈਆ ਕਰਾਇਆ ਗਿਆ। FIR ਮੈਂ ਤਾਂ ਕਾਨੂੰਨ ਦੇ ਨਜ਼ਰੀਏ ਨਾਲ ਕਹਿੰਦਾ, ਦੇਖੋ ਮੇਰੇ ਕੋਈ ਦੁਸ਼ਮਣ ਨਹੀਂ, ਕੋਈ ਆਪਣਾ ਉਸ ਪੱਖੋਂ ਦੋਸਤ ਨਹੀਂ। ਮੈਨੂੰ ਇਹ ਦੱਸੋ, ਜਿੱਥੇ ਕਿਸਾਨ ਲੀਡਰ ਸੀ ਉੱਥੇ ਪੱਤਾ ਨਹੀਂ ਹਿੱਲਿਆ, ਉੱਥੇ ਝਰੀਟ ਨਹੀਂ ਹੋਈ, ਉਹਨਾਂ ਤੇ FIR ਦਰਜ ਹੋ ਗਈ। ਜਿਹੜੇ ਕਲੇਮ ਕਰ ਰਹੇ ਨੇ, ਜਿਹੜੇ ਦਾਅਵੇ ਕਰ ਰਹੇ ਨੇ ਵੀ ਆਹ ਖਾਲਸੀ ਨਿਸ਼ਾਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਨਿਸ਼ਾਨ ਸਾਹਿਬ ਕੀ ਹੁੰਦਾ, ਕੇਸਰੀ ਝੰਡਾ ਕੀ ਹੁੰਦਾ, ਮਤਲਬ ਉਹ ਜੋ ਮਰਜ਼ੀ ਹੀ ਬੋਲੀ ਜਾਂਦੇ ਨੇ ਜੀ। ਮਤਲਬ ਨਿਸ਼ਾਨ ਸਾਹਿਬ ਇੱਕ ਹੋਰ ਸੰਕਲਪ ਆ, ਸਿੱਖਾਂ ਦਾ ਕੇਸਰੀ ਨਿਸ਼ਾਨ ਇੱਕ ਹੋਰ ਸੰਕਲਪ ਆ, ਕੇਸਰੀ ਝੰਡਾ ਇੱਕ ਹੋਰ ਗੱਲਾਂ ਨੂੰ ਰਿਪਰੈਜ਼ੈਂਟ ਕਰਦਾ। ਸੋ ਇਸ ਕਰਕੇ ਉਹ ਹੋ ਗਏ, ਇਹਨਾਂ ਤੇ ਕੇਸ ਦਰਜ ਕਰ ਲਿਆ। ਮਤਲਬ ਇਹਨਾਂ ਦੇ ਹੁੰਦੇ ਝਰੀਟ ਨਹੀਂ ਹੋਈ, ਕਿਤੇ ਗੜਬੜ ਨਹੀਂ ਹੋਈ, ਕਿਤੇ ਕੁਝ ਨਹੀਂ ਹੋਇਆ। ਠੀਕ ਆ, 2 ਮੌਤਾਂ ਹੋਈਆਂ ਨੇ, ਬੜੀਆਂ ਮਾੜੀਆਂ ਹੋਈਆਂ ਨੇ। ਨੌਜਵਾਨ ਪੁੱਤ ਜਿਹਦਾ ਮਰ ਜੇ ਨਾ ਜੀ, ਤੁਸੀਂ ਅੱਜ ਜੇ ਰਾਜੇਵਾਲ ਸਾਹਿਬ ਦੀ ਸਪੀਚ ਸੁਣੋ, ਮਤਲਬ ਸਪੀਚ ਸੁਣ ਕੇ ਮਤਲਬ ਐਂ ਹੋ ਜਾਂਦਾ, ਅੱਖਾਂ ਨਮ ਹੋ ਜਾਂਦੀਆਂ ਵੀ ਯਾਰ ਇਹ ਲੀਡਰਸ਼ਿਪ ਜਿਹੜੀ ਇੰਨੀ ਮੈਚਿਓਰਿਟੀ ਨਾਲ, ਇਹਨਾਂ ਨੂੰ ਤਾਂ ਅਸਲ 'ਚ ਇਹ ਸੀ ਵੀ ਇਹ ਭੱਜ ਜਾਣਗੇ। ਸ਼ੁਰੂ ਤੋਂ ਕੰਮ ਇਹ ਸੀ, ਇਹਨਾਂ ਦੀ ਲੱਤਾਂ ਭਾਰ ਨਹੀਂ ਚੱਲਦੀਆਂ, ਇਹ ਤਾਂ ਵਿਕ ਗਏ ਜੀ, ਇਹ ਤਾਂ ਚੁੱਪੂ ਗੜੂਪੂ ਵਿੱਚੋਂ ਵਿੱਚ ਮੀਟਿੰਗ ਕਰਕੇ ਆ ਜਾਂਦੇ ਨੇ। ਇਹ ਕਿਸਾਨ ਲੀਡਰਸ਼ਿਪ ਦੀ ਜਿਹੜੀ ਅਨੇਕਤਾ ਨਾ ਜੀ, ਇਹੀ ਇਹਨਾਂ ਦੀ ਤਾਕਤ ਬਣ ਗਈ। ਹੁਣ ਇਹ 40 ਬੰਦੇ ਬੈਠੇ ਨੇ ਜੀ, 5 ਬੋਲਦੇ ਨੇ। ਕੋਈ ਆ ਕੇ ਕਹਿ ਸਕਦਾ ਵੀ ਮੰਤਰੀ ਨੇ ਤਾਂ ਐਂ ਕਿਹਾ ਸੀ, ਅਸੀਂ ਐਂ ਕਿਹਾ ਸੀ? ਕੋਈ ਉਹਲਾ ਹੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਉਹਲਾ ਨਹੀਂ। ਇਹ ਇਸ ਕਰਕੇ ਇਹਨਾਂ ਦੇ ਜਿਹੜੇ ਵਰਤਾਂਤ ਸੀ ਉਹ ਲਗਾਤਾਰ ਫੇਲ ਹੋ ਗਏ, ਆਈਸੋਲੇਟ ਹੋ ਗਏ। ਆਖਰ ਦੇ ਵਿੱਚ ਫੇਰ ਰੂਪ ਧਾਰਿਆ। ਦੀਪ ਸਿੱਧੂ ਨੇ ਕੀ ਰੂਪ ਧਾਰਿਆ? ਜਿਹੜਾ ਸਾਡੇ ਲੀਡਰਾਂ ਵਾਲਾ ਅੱਖ ਚੱਕੂਗਾ ਉਹਦੀ ਅੱਖ ਕੱਢ ਦਾਂਗੇ ਤੇ ਲੱਤਾਂ ਭੰਨ ਦਾਂਗੇ। ਇੱਕ ਦਿਨ ਪਹਿਲਾਂ ਇਹ ਰੂਪ ਧਾਰ ਕੇ ਉਹਨੇ ਜੋ ਕੀਤਾ ਤੁਹਾਡੇ ਸਾਹਮਣੇ ਆ। ਹੁਣ ਤੁਸੀਂ ਦੇਖ ਲਓ, ਇਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ? ਮੈਂ ਕਹਿੰਦਾ ਇਹ ਆ, ਨਾ ਇਹਨਾਂ ਨੇ ਆਪਦੀ ਅੱਡ ਸਟੇਜ ਲਾਈ, ਨਾ ਇਹਨਾਂ ਨੇ ਐਂ ਕਿਹਾ ਅਸੀਂ ਤਾਂ ਆਪਦਾ ਮਾਰਚ ਕੱਢਾਂਗੇ ਰਿੰਗ ਰੋਡ ਤੇ। ਉੱਥੇ ਨੌਜਵਾਨ ਸੀ, ਉਹ ਕੱਟਾ ਕੱਟੀ ਕਰਨੀ ਹੈ ਜੀ। ਜਦੋਂ ਅੰਦੋਲਨ ਕਰਨ ਵਾਲਿਆਂ ਨੂੰ ਪਤਾ ਵੀ ਕੱਟਾ ਕੱਟੀ ਲੰਮੀ ਆ, ਹਲੇ 29 ਨੂੰ ਗਾਹਾਂ ਪ੍ਰੋਗਰਾਮ ਉਹਨਾਂ ਨੇ ਦਿੱਤੇ ਹੋਏ ਨੇ। ਮਹਾਰਾਸ਼ਟਰ 'ਚ ਤੁਸੀਂ ਦੇਖੋ, ਬੰਬੇ 'ਚ ਹਜ਼ਾਰਾਂ ਕਿਸਾਨ ਸੜਕਾਂ ਤੇ ਆ ਰਹੇ ਨੇ, ਬੰਗਲੌਰ 'ਚ ਕੀ ਹੋ ਰਿਹਾ, ਬਿਹਾਰ ਦੇ ਵਿੱਚ ਕੀ ਹੋ ਰਿਹਾ। ਜਿਹੜਾ ਪ੍ਰਵਚਨ ਗੱਲਬਾਤ ਤੋੜਨ ਤੋਂ ਬਾਅਦ ਸਰਕਾਰ ਉਭਾਰ ਰਹੀ ਸੀ, ਇਹਨਾਂ ਨੇ ਉਸ ਪ੍ਰਵਚਨ ਤੇ ਮੋਹਰ ਲਾਤੀ ਵੀ ਇਹ ਤਾਂ ਦਿੱਲੀ ਤੇ ਕਬਜ਼ਾ ਕਰਨ ਵਾਲੀਆਂ ਫੌਜਾਂ ਨੇ ਜੀ, ਖਾਲਿਸਤਾਨੀ ਫੌਜਾਂ ਨੇ ਜੀ, ਇਹਨਾਂ ਦਾ ਝੰਡਾ ਚਲਾਉਣਾ ਜੀ, ਇਹਨਾਂ ਦਾ ਮਸਲੇ ਨਾਲ ਕੋਈ ਤਲਕ ਨਹੀਂ। ਬੜੀ ਮੰਦਭਾਗੀ ਘਟਨਾ ਹੋਈ ਆ। ਪਰ ਮੈਨੂੰ ਇਹ ਲੱਗਦਾ ਜੀ, ਇੱਕ ਅੰਦੋਲਨ ਦਾ ਜ਼ੋਰ ਐਡਾ, ਜਿਵੇਂ ਉਹ ਹੁਣ ਤੱਕ ਤਾਂ ਉਹ ਕਹਿੰਦੇ ਸੀ ਨਾ ਵੀ ਲੀਡਰ ਭੱਜਣਾ ਚਾਹੁੰਦੇ ਨੇ, ਪਰ ਲੋਕ ਆ ਜਿਹੜੇ ਉਹ ਭੱਜਣ ਨਹੀਂ ਦੇਣਗੇ। ਹੁਣ ਇਹ ਆ, ਇਹ ਉੱਥੇ ਖੜਨਾ ਚਾਹਣਗੇ ਤੇ ਲੋਕ ਇਹਨਾਂ ਦੇ ਤੰਬੂ ਪੱਟ ਕੇ ਭਜਾਉਣਗੇ। ਤੁਸੀਂ ਦੇਖ ਲਿਓ। ਮੈਂ ਕਹਿੰਦਾ ਮਾੜੀ ਘਟਨਾ ਨਾ ਹੋਵੇ, ਮੈਂ ਕਹਿੰਦਾ ਬਿਲਕੁਲ ਨਹੀਂ ਹੋਣਾ ਚਾਹੀਦਾ। ਮੈਂ ਤਾਂ ਜੋ ਰਵਨੀਤ ਬਿੱਟੂ ਨਾਲ ਹੋਇਆ, ਮੈਂ ਤਾਂ ਉਹਦੇ ਵੀ ਪੱਖ 'ਚ ਨਹੀਂ ਹੋਣਾ ਚਾਹੀਦੀਆਂ ਇਹੀਆਂ ਜਿਹੀਆਂ ਗੱਲਾਂ। ਤੇ ਪਰ ਜੋ ਇਹਨਾਂ ਦਾ ਹਾਲ ਆ, ਜਿਵੇਂ ਇਹਨਾਂ ਨੇ ਬੜਕਾਂ ਮਾਰੀਆਂ, ਜਿਵੇਂ ਗਿੱਦੜਾਂ ਵਾਂਗੂ ਦੀਪ ਸਿੱਧੂ ਭੱਜਿਆ, ਜਿਹੜਾ ਇਤਿਹਾਸ ਦੀਆਂ ਗੱਲਾਂ ਕਰਦਾ ਸੀ, ਲੋਕਾਂ ਨੇ ਦੇਖ ਲਿਆ ਨਾ ਵੀ ਅਸਲ 'ਚ ਗੱਲ ਕੀ ਹੋਈ ਹੈ। ਸੋ ਇਸ ਕਰਕੇ ਮੈਨੂੰ ਤਾਂ ਇਹੀ ਲੱਗਦਾ ਨਤਾਰਾ ਹੋਇਆ, ਚੰਗਾ ਹੋਇਆ। ਰਾਜੇਵਾਲ ਸਾਹਿਬ ਨੇ ਵੀ ਅੱਜ ਇਹੀ ਕਿਹਾ ਵੀ ਦੇਖੋ ਭਰਾਵੋ, ਜਦੋਂ ਫੋੜਾ ਹੋ ਜੇ ਨਾ, ਕਈ ਵਾਰ ਤਾਂ ਆਪੇ ਫੁੱਟ ਜਾਂਦਾ, ਕਈ ਵਾਰ ਐਂਟੀਬਾਇਓਟਿਕ ਦੇ ਕੇ ਖਤਮ ਕਰਦੇ, ਕਈ ਵਾਰ ਉਹਨੂੰ ਚੀਰਾ ਦੇਣਾ ਪੈਂਦਾ। ਸੋ ਜਿਹੜਾ ਗੰਦ ਸੀ ਸਾਡੇ 'ਚੋਂ ਉਹ ਨਿਕਲ ਗਿਆ। ਇਹ ਅੰਦੋਲਨ ਹੋਰ ਜੋਸ਼ ਨਾਲ ਵਧੂ। ਉਹਨੇ ਕਿਹਾ ਜਿੱਤਾਂਗੇ, ਕਿਉਂਕਿ ਜਦੋਂ ਅੰਦੋਲਨ ਥੋੜ੍ਹਾ ਵੱਧ ਰਿਹਾ ਹੋਵੇ, ਤੁਸੀਂ ਇਹ ਦੇਖੋ ਸਰਕਾਰ ਦਾ ਨਕਚੇ ਦਮ ਕੇ ਹੋ ਰਿਹਾ। ਯਾਰ ਲੋਕ ਕਹਿ ਰਹੇ ਨੇ ਉੱਥੇ ਵੀ ਜਦੋਂ ਇਹ ਅੰਦੋਲਨ ਖਤਮ ਹੋ ਗਿਆ ਸਾਡਾ ਤਾਂ ਜੀ ਨਹੀਂ ਲੱਗਣਾ।
ਇੱਕ ਬੰਦਾ ਤੁਸੀਂ ਦਿਖਾ ਦਿਓ ਜਿਹਨੇ ਅੰਦੋਲਨ ਦੇ ਖਿਲਾਫ ਬੋਲਿਆ ਹੋਵੇ, ਜਿਹਨੇ ਕਿਹਾ ਹੋਵੇ ਮੈਨੂੰ ਤੰਗੀ ਆਈ ਆ, ਕੋਈ ਇੱਕ ਦਿਖਾ ਦਿਓ ਮੈਨੂੰ ਕਿਤੇ ਇੰਟਰਵਿਊ ਜਿੱਥੇ ਜਿੱਥੇ ਉਹ ਖੜੇ। ਇਹ ਸੀ ਲੱਖੇ ਸਿਧਾਣੇ ਨੇ, ਇੱਕ ਹਰਿਆਣੇ ਉੱਧਰ ਜਾ ਕੇ ਬੰਦ ਕਰਾਇਆ, ਤੁਸੀਂ ਇਹਨਾਂ ਦੇ ਇਹ ਸੀ, ਇਹਦੇ ਨਾਲ 2-3 ਗਾਇਕ ਜੀ ਹੋਰ ਸੀ। ਬੋਲਦੇ ਕਿਵੇਂ ਨੇ ਲੋਕ ਤਾਂ ਮੌਜਾਂ ਮਾਰਦੇ ਨੇ ਜੀ, ਅਜੇ ਤਾਂ ਆਰਾਮ ਨਾਲ ਤੁਰੇ ਫਿਰਦੇ ਨੇ, ਕਰੋ ਬੰਦ ਇਹਨਾਂ ਨੂੰ। ਮਤਲਬ ਲੋਕਾਂ ਦਾ ਨੱਕ 'ਚ ਦਮ ਕਰਨ ਵਾਲੀ ਗੱਲ। ਫਿਰ ਇੱਕ ਬੰਦਾ ਬੋਲਦਾ, ਆਹ ਦੇਖੋ ਜੀ ਉਦੋਂ ਜਦੋਂ ਅਸੀਂ ਆਇਆ 26 ਨੂੰ ਪੰਜਾਬ ਦੀ ਗੱਡੀਆਂ ਦੇ ਨੰਬਰ ਦੇਖ ਕੇ ਬੰਦ ਕੀਤਾ ਜਾਂਦਾ ਸੀ, ਬਾਕੀ ਸਾਰੀਆਂ ਨਿਕਲ ਰਹੀਆਂ ਸੀ, ਅੱਜ ਪੰਜਾਬ ਦੀਆਂ ਜਾ ਰਹੀਆਂ ਨੇ ਤੇ ਹਰਿਆਣਾ ਦਿੱਲੀ ਦੀਆਂ ਸਾਰੀਆਂ ਗੱਡੀਆਂ ਨੇ ਅਸੀਂ ਬੰਦ ਕਰਤੀਆਂ। ਸੋ ਇਹ ਪ੍ਰਵਚਨ ਆ ਜਿਹੜਾ ਇਹ ਲੋਕਾਂ ਨੂੰ ਸਮਝਾਉਣ ਵਾਲਾ, ਨਾਲ ਲੈਣ ਵਾਲਾ ਹੈ ਨਹੀਂ। ਤੇ ਇਹ ਪ੍ਰਵਚਨ ਦਾ ਸਿੱਟਾ ਉਹੀ ਨਿਕਲਿਆ, ਕਿਤੇ ਨਾ ਕਿਤੇ ਅੰਦੋਲਨ ਦੀ ਲੋਕ ਰਾਏ ਨੂੰ ਇਹਨੂੰ ਉਹ ਨੁਕਸਾਨ ਪਹੁੰਚਿਆ। ਮੈਨੂੰ ਪੂਰਨ ਆਸ ਆ ਇਹ ਅੰਦੋਲਨ ਜਿਹੜੀ ਲੋਕਾਂ ਦੀ ਸਮਰਪਿਤ ਭਾਵਨਾ, ਉਹਨੇ ਇਹ ਨੁਕਸਾਨ ਜਲਦੀ ਉਹ ਪੂਰਾ ਕਰ ਲੈਣਾ। ਜਲਦੀਆਂ ਪੂਰਾ ਕਰ ਲੈਣਾ। ਇੱਕ ਆਖਰੀ ਸਵਾਲ, ਕਿਉਂਕਿ ਵੈਸੇ ਤਾਂ ਜਦੋਂ ਅੰਦੋਲਨ ਦੇ ਬਿਰਤਾਂਤ ਦੀ ਗੱਲ ਕਰਦੇ ਤਾਂ ਮੇਰਾ ਖਿਆਲ ਹੈ ਕਿ ਲੰਬੀਆਂ ਕਹਾਣੀਆਂ ਨੇ, ਜਿੰਨੀ ਦੇਰ ਗੱਲ ਕਰੀ ਜਾਵਾਂਗੇ ਗੱਲਾਂ ਮੁੱਕਣ ਵਾਲੀਆਂ ਨਹੀਂ ਹੈ, ਕਿਉਂਕਿ ਜੋ ਕੁਝ ਹਰ ਸ਼ਖਸ ਦੇ ਨਾਲ ਗੱਲ ਕਰੋਗੇ ਉਹਦੇ ਤੋਂ ਤੁਹਾਨੂੰ ਨਵੀਂ ਕਹਾਣੀ ਮਿਲਣੀ ਆ, ਉਹਦੀਆਂ ਭਾਵਨਾਵਾਂ ਦੀ ਗੱਲ ਕਰੋਗੇ ਤੇ ਇੱਕ ਲੰਬਾ ਬਿਰਤਾਂਤ ਉਹਦੇ ਤੇ ਵੀ ਸਿਰਜਿਆ ਜਾ ਸਕਦਾ। ਪਰ ਜੇ ਆਪਾਂ ਗੱਲ ਨੂੰ ਵਿਰਾਮ ਦੇਣਾ ਹੋਵੇ, ਅਖੀਰ ਦੇ ਵਿੱਚ ਇੱਕ ਸਵਾਲ ਬਹੁਤ ਅਹਿਮ ਬਣ ਜਾਂਦਾ ਹੈ। ਬਹੁਤ ਸਾਰੇ ਸਾਡੇ ਦਰਸ਼ਕ ਵੀ ਉਹ ਸਵਾਲ ਜਿਹੜਾ ਆ ਉਹ ਪੁੱਛਦੇ ਨੇ, ਨਹੀਂ ਪੁੱਛਦੇ ਤਾਂ ਉਹਨਾਂ ਦੇ ਮਨਾਂ ਦੇ ਅੰਦਰ ਸ਼ੰਕੇ ਜ਼ਰੂਰ ਹੁੰਦੇ ਆ ਕਿ ਹੁਣ ਇਸ ਸਭ ਹੋਏ ਵਾਪਰੇ ਤੋਂ ਬਾਅਦ ਸਰਕਾਰ ਦਾ ਰੌਂ ਕੀ ਰਹੇਗਾ। ਦਿੱਲੀ ਪੁਲਿਸ ਦਾ ਇਤਿਹਾਸ ਜਿਹੜਾ ਆ ਉਹ ਅਸੀਂ ਜਾਣਦੇ ਹਾਂ ਕਿਹੋ ਜਿਹਾ, ਚਾਹੇ 84 ਨੂੰ ਦੇਖ ਲਈਏ, ਚਾਹੇ ਜਿਹੜੀ ਗੱਲ ਕਰੀਏ ਜਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਲਾਇਬ੍ਰੇਰੀ 'ਚ ਵੜ ਕੇ ਕੁੱਟਮਾਰ ਕੀਤੀ ਗਈ ਵਿਦਿਆਰਥੀਆਂ ਨੂੰ। ਔਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਲਾਲ ਕਿਲ੍ਹੇ 'ਤੇ ਤਾਂ ਲੋਕਾਂ ਨੂੰ ਜਾਣ ਦਿੱਤਾ ਜਾਂਦਾ ਹੈ ਖੁੱਲ੍ਹੇ ਦਿਲ ਦੇ ਨਾਲ, ਪਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ ਵੜ ਕੇ ਜਿਹੜਾ ਉਹ ਵਿਦਿਆਰਥੀਆਂ ਨੂੰ ਕੁੱਟ ਕੇ ਆਇਆ ਜਾਂਦਾ ਹੈ। JNU ਦੇ ਵਿਦਿਆਰਥੀਆਂ ਨਾਲ ਜੋ ਕੁਝ ਕੀਤਾ ਗਿਆ ਉਹ ਕਿਸੇ ਤੋਂ ਨਹੀਂ ਲੁਕਿਆ ਗਿਆ। ਦਿੱਲੀ ਦੇ ਵਿੱਚ ਦੰਗੇ ਹੋਏ, ਉਹਦੇ ਵਿੱਚ ਕੀ ਕੁਝ ਹੋਇਆ, CAA ਦਾ ਵਿਰੋਧ ਕਰਨ ਵਾਲਿਆਂ ਨਾਲ ਕੀ ਕੁਝ ਕੀਤਾ ਗਿਆ, ਉਹ ਸਾਰਾ ਜਿਹੜਾ ਇਤਿਹਾਸ ਵਰਤਾਰਾ ਅਸੀਂ ਦੇਖਦੇ ਹਾਂ। ਹੁਣ ਉਸ ਸਭ ਨੂੰ ਦੇਖਦਿਆਂ ਹੋਇਆਂ ਦਿੱਲੀ ਪੁਲਿਸ ਦਾ ਰਵੱਈਆ, ਉਹਦੀ ਕਾਰਵਾਈ ਨੂੰ ਲੈ ਕੇ ਤੁਹਾਡਾ ਕੀ ਕਹਿਣਾ, ਕੀ ਕੁਝ ਹੋ ਵਾਪਰ ਸਕਦਾ ਦਿੱਲੀ ਵੱਲੋਂ? ਦੇਖੋ, ਮੈਨੂੰ ਇਹ ਲੱਗਦਾ ਵੀ ਜ਼ਬਰ ਦੇ ਨਾਲ ਤਾਂ ਨਹੀਂ ਅੰਦੋਲਨ ਨੂੰ ਦਬਾਇਆ ਜਾ ਸਕਦਾ, ਕਿਉਂਕਿ ਗੱਲ ਇਹ ਆ, ਦਿੱਲੀ ਦੀ ਪੁਲਿਸ ਦੇਖੋ ਹਰਿਆਣੇ ਵਾਲੀ ਫਿਰਦੇ ਨੇ, ਫੌਜ ਦੇ ਵਿੱਚ ਹਰਿਆਣਾ ਤੇ ਕਿੰਨੇ ਭਰਤੀ ਨੇ। ਜਿਹੜਾ ਇਹ ਬਰਤਾਂਤ ਆ ਗਿਆ ਨਾ ਵੀ ਪੁੱਤ ਖੜਾ ਚੀਨ ਦੇ ਬਾਰਡਰ ਤੇ, ਬਾਪ ਬੈਠਾ ਸਿੰਘੂ ਬਾਰਡਰ ਤੇ, ਇਹ ਬਰਤਾਂਤ ਬੜਾ ਜ਼ਬਰਦਸਤ ਆ। ਉਹਨਾਂ ਦੇ ਹੱਥ ਰੋਕੇ ਹੋਏ ਨੇ, ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ। ਈਵਨ ਅੱਜ UNO ਨੇ ਇਹ ਬਿਆਨ ਜਾਰੀ ਕੀਤਾ ਵੀ ਭਾਰਤ ਸਰਕਾਰ ਸੰਭਲੇ ਇਸ ਅੰਦੋਲਨ ਤੇ ਜੋ ਕੁਝ ਕੀਤਾ, ਮਤਲਬ ਝੰਡਾ ਚਲਾਉਣ ਤੋਂ ਬਾਅਦ ਕੁੱਟੇ ਨੇ, ਜਿਵੇਂ 2 ਬੰਦੇ ਵੀ ਮਾਰੇ ਗਏ, ਉਹਦੇ ਖਿਲਾਫ UN ਨੂੰ ਚੇਤਾਵਨੀ ਦੇਣੀ ਪਈ ਆ ਸਾਡੇ ਭਾਰਤ ਦੇ ਨੁਮਾਇੰਦਿਆਂ ਨੂੰ ਉੱਥੇ ਬੁਲਾ ਕੇ। ਇਸ ਕਰਕੇ ਇਹ ਕੰਮ ਤਾਂ ਨਹੀਂ ਇਹਨਾਂ ਦਾ ਚੱਲਣਾ। ਇੱਕ ਇਹਨਾਂ ਨੇ ਛੁਰਲੀ ਛੱਡੀ ਸੀ, ਇਹ ਫਲਾਪ ਹੋ ਗਈ ਅਸਲ 'ਚ, ਕਿਉਂਕਿ ਗੋਦੀ ਮੀਡੀਆ ਨੇ ਚੱਕ ਲਿਆ। ਬਾਕੀ ਇਹ ਛੁਰਲੀ ਛੱਡੀ ਸੀ, ਫਲਾਪ ਹੋ ਗਈ ਜਾਂ ਨਹੀਂ ਫਲਾਪ ਹੋਈ, ਇਹ ਫਿਲਹਾਲ ਅਜੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਵੇਟ ਐਂਡ ਵਾਚ ਵਾਲਾ ਵੀ ਸਾਨੂੰ ਨਜ਼ਰੀਆ ਰੱਖਣਾ ਪਏਗਾ। ਪਰ ਇੱਕ ਚੀਜ਼ ਹੋਰ ਜ਼ਰੂਰ ਹੋਈ ਹੈ ਵਿੱਚ, ਜਿਹੜੀ ਸੁਪਰੀਮ ਕੋਰਟ 'ਚ ਪਟੀਸ਼ਨ ਪੈ ਗਈ ਆ ਨਾ, ਕਿ ਉਹਨਾਂ ਗੱਲਾਂ ਦਾ ਕਰਕੇ ਸੁਪਰੀਮ ਕੋਰਟ ਦੇ ਵਿੱਚੋਂ ਬੜੇ ਬੇਆਬਰੂ ਹੋ ਕੇ ਲੌਟੇ ਤੇਰੇ ਕੂਚੇ ਸੇ, ਉਹ ਵਾਲਾ ਹਾਲ ਹੋਇਆ ਸੀ ਤੇ ਪਟੀਸ਼ਨ ਵੀ ਵਾਪਸ ਲੈਣੀ ਪਈ ਸੀ। ਹੁਣ ਇਸੇ ਹਿੰਸਾ ਦਾ ਹਵਾਲਾ ਦੇ ਕੇ ਸੁਪਰੀਮ ਕੋਰਟ 'ਚ ਇੱਕ ਹੋਰ ਪਟੀਸ਼ਨ ਪਾ ਦਿੱਤੀ। ਦੇਖੋ, ਵਿਚਾਰਾਂ ਦੀ ਜੰਗ ਆ ਜੀ ਜਸਵੀਰ ਜੀ, ਇਹ ਤਾਂ ਲੜਨੀ ਆ, ਕਿਉਂਕਿ ਜਿਹੜੇ ਮੈਂ ਤਾਂ ਅੱਜ ਤੱਕ ਕਹਿੰਦਾ ਰਿਹਾ, ਜਿਹੜਾ ਰੌਲਾ ਪੈਂਦਾ ਸੀ ਪਹਿਲੀ ਮੀਟਿੰਗ ਬੇਸਿੱਟਾ ਦੂਜੀ, ਮੈਂ ਕਹਿੰਦਾ ਬਿਲਕੁਲ ਨਹੀਂ। ਇੱਕ ਐਡਾ ਬਰਤਾਂਤ ਸਿਰਜਿਆ ਸੀ ਭਾਰਤ ਸਰਕਾਰ ਨੇ ਬਿੱਲਾਂ ਦੇ ਹੱਕ 'ਚ, ਉਹ ਸਾਰੇ ਬਰਤਾਂਤ ਨੂੰ ਤੋੜਦੇ ਨੁਕਤੇ ਤੇ ਆ ਗਏ ਨਾ ਜੀ। ਖੇਤੀ ਕਾਨੂੰਨ ਰੱਦ ਕਰੋ, MSP ਦੀ ਗਰੰਟੀ ਵਾਲਾ ਕਾਨੂੰਨ ਬਣਾਓ, ਹੋਰ ਅਸੀਂ ਕੋਈ ਗੱਲ ਹੀ ਨਹੀਂ ਕਰਨੀ। ਲਗਾਤਾਰ ਜਿਹੜੇ ਪਹਿਲਾਂ ਬਰਤਾਂਤ ਸਿਰਜੇ ਨੇ ਉਹ ਵੀ ਤੋੜੇ ਨੇ। ਹੁਣ ਆ ਨਵਾਂ ਬਰਤਾਂਤ ਆ ਜਿਹੜਾ ਸਿਰਜਿਆ ਉਹਨਾਂ ਨੇ ਵੀ ਇਹ ਖਾਲਿਸਤਾਨੀ ਨੇ ਜੀ, ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਆ ਪੈ ਗਈ, ਮਤਲਬ ਚੁਣੌਤੀ ਦਿੱਤੀ ਗਈ, ਜੇ ਦਿੱਤੀ ਗਈ। ਕਿਸਾਨ ਲੀਡਰਸ਼ਿਪ ਨੇ ਆਪਦੇ ਆਪ ਨੂੰ ਇਹਦੇ ਨਾਲੋਂ ਅਲੱਗ ਕੀਤਾ। ਇਹਦੇ ਨਾਲ ਨਾ ਉੱਥੇ ਕੋਈ ਕਿਸਾਨ ਲੀਡਰ ਹੈ ਸੀ, ਲੀਡਰ ਵੀ ਹੈ ਨਹੀਂ ਸੀ, ਰੂਟ ਵੀ ਉਹ ਹੈ ਨਹੀਂ ਸੀ। ਮਤਲਬ ਇਹ ਬਰਤਾਂਤ ਦਾ ਠੀਕ ਅਸਰ ਪਊ। ਚਲੋ ਮੈਂ ਕਾਹਲੀ ਨਾਲ ਨਹੀਂ ਗੱਲ ਕਰਦਾ, ਪਰ ਮੈਨੂੰ ਜਿਹੜੀ ਲੋਕ ਸ਼ਕਤੀ ਉੱਭਰ ਰਹੀ ਹੈ ਨਾ ਜੀ, ਮਤਲਬ ਕਈ ਤਾਂ ਹੁਣ ਬਾਹਰਲੇ ਸੂਬਿਆਂ 'ਚ ਲੋਕ ਬੋਲ ਰਹੇ ਨੇ, अरे भाई फिर क्या हो गया, एक तिरंगा के साथ तिरंगे को तो नहीं छोड़ा ना, उसको तो नहीं उतारा ना, एक ने लगा दिया, हम पुलिस ने ला दिया, क्या इतनी बड़ी बात की हुई। ਜਿਹੜੇ ਸਿੱਧੂ ਦੇ ਸਪੋਰਟਰ ਨੇ ਉਹ ਕਹਿੰਦੇ ਨੇ ਯਾਰ ਦੇਖੋ ਬਾਹਰਲੇ ਨੂੰ ਐਡਾ ਨਹੀਂ ਸਮਝਦੇ, ਜਿਹੜੇ ਪੰਜਾਬ ਵਾਲੇ ਨੇ ਡਾਂਗਾ ਚੱਕ ਕੇ ਸਾਡੇ ਮਗਰ ਪੈ ਗਏ। ਪੰਜਾਬ ਅੰਦੋਲਨ ਦਾ ਧੁਰਾ ਬਾਈ ਜੀ, ਧੁਰੇ ਦੇ ਵਿੱਚ ਇੱਕ ਝਿੜੜੀ ਪੈ ਜੇ ਨਾ, ਮਤਲਬ ਜਿਹਨੇ ਘੁਮਾਉਣਾ ਹੁੰਦਾ ਸਾਰੇ ਕਾਸੇ ਨੂੰ, ਉਹ ਬੜੀ ਸਾਰੇ ਕਾਸੇ ਨੂੰ ਹਿਲਾਉਂਦੀ ਆ। ਇਹਨਾਂ ਨੇ ਝਿੜੜੀ ਪਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਆਪਾਂ ਇਹੀ ਕਹਿ ਸਕਦੇ ਆ ਵੀ ਕੁਦਰਤ ਆ ਜਿਹੜੀ ਇਹਨਾਂ ਦੇ ਨਾਲ ਆ, ਸਾਥ ਦੇਊਗੀ, ਤੇ ਅੰਦੋਲਨ ਆ ਜਿਹੜਾ ਇਹਨੇ ਮੁੜ ਕੇ ਵੇਗ ਫੇਰ ਫੜ ਲੈਣਾ ਜਿਵੇਂ ਪਹਿਲਾਂ ਫੜਿਆ ਹੋਇਆ ਸੀ। ਉਹ ਗੱਲ ਵੀ ਠੀਕ ਆ,
ਵੀ ਜੇ ਕੱਲ ਆਹ ਘਟਨਾ ਨਾ ਵਾਪਰਦੀ ਇਹਨੇ ਬਹੁਤ ਉਚਾਈ ਤੇ ਜਾਣਾ ਸੀ ਅੰਦੋਲਨ ਨੇ। ਇਹਨੂੰ ਹੁਣ ਹੋਰ ਮਿਹਨਤ ਕਰਨੀ ਪਊ। ਪੰਜਾਬ ਦੇ ਜਾਇਆਂ ਨੂੰ ਨਿੱਤ ਮਹਿਮਾ। ਮੇਰੇ ਤਾਂ ਫਿਰ ਉਹ ਸੰਤ ਰਾਮਦਾਸੀ ਦੀ ਗੀਤ ਯਾਦ ਆਉਂਦਾ, ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕ ਹਿੱਕਾਂ ਠੋਕ ਹਾਣੀਆਂ, ਹੜ ਲੋਕਤਾ ਦਾ ਕਿਹੜਾ ਸਕੇ ਰੋਕ ਹਾਣੀ। ਮੇਰਾ ਖਿਆਲ ਹੈ ਕਿ ਸੰਤ ਰਾਮ ਉਦਾਸੀ ਦੀਆਂ ਇਹਨਾਂ ਸਤਰਾਂ ਨਾਲ ਹੀ ਜੇ ਵਿਰਾਮ ਦਿੱਤਾ ਜਾਵੇ ਗੱਲਬਾਤ ਨੂੰ ਤੇ ਕਾਫੀ ਹੈ, ਕਿਉਂਕਿ ਇਹਨਾਂ ਸਤਰਾਂ ਦੇ ਇੱਕ ਇੱਕ ਸ਼ਬਦ ਦੇ ਵਿੱਚ ਮਾਇਨੇ ਬੜੇ ਭਰਪੂਰ ਪਏ ਨੇ ਤੇ ਉਹਨਾਂ ਦੇ ਮਾਇਨੇ ਦੇਖਣ ਸੁਣਨ ਵਾਲੇ ਆਪਣੇ ਤਰੀਕੇ ਨਾਲ ਕੱਢ ਸਕਦੇ ਆ। ਕਿਉਂਕਿ ਨੰਗੇ ਚਿੱਟੇ ਸ਼ਬਦਾਂ ਨਾਲ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਜੋ ਕੁਝ ਹੋਇਆ ਵਾਪਰਿਆ ਆ ਉਹਦਾ ਆਪਣੇ ਨਜ਼ਰੀਏ ਤੋਂ ਨਿਤਾਰਾ ਕਰਕੇ ਇਸ ਗੱਲਬਾਤ ਦੇ ਜ਼ਰੀਏ ਸਾਡੇ ਸਾਹਮਣੇ ਰੱਖ ਦਿੱਤਾ ਆ। ਭਵਿੱਖ ਕੀ ਹੁੰਦਾ ਹੈ ਇਸ ਅੰਦੋਲਨ ਦਾ? ਲਗਭਗ ਇਹ ਉਮੀਦ ਹੈ, ਆਸ ਹੈ ਕਿ ਚੰਗਾ ਹੋਏਗਾ, ਫਿਰ ਜੰਮੇਗਾ ਅੰਦੋਲਨ, ਫਿਰ ਇਸੇ ਤਰੀਕੇ ਨਾਲ ਆਪਣੀ ਲੀਹ ਤੇ, ਕਿਉਂਕਿ ਪਹਿਲਾਂ ਵੀ ਚੱਲਦਾ ਸੀ, ਹੁਣ ਖੜੋਤਾ ਆ ਪਰ ਚੱਲੇਗਾ ਅੱਗੇ ਔਰ ਸਾਬਤ ਕਦਮਾਂ ਨਾਲ ਚੱਲੇਗਾ। ਇਸ ਗੱਲ ਦੀ ਭਰਪੂਰ ਸਾਨੂੰ ਆਸ ਉਮੀਦ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।